हम अवगन परे एक गुण नाही, अमृत छाड़ बिखै बिख खाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ कीरत की, गुर रामदास राखो सरनाई। डंडौत बंदन अनक बार, सर्ब कला समरथ। डोलन ते राखो प्रभु, नानक दे कर हथ। सो कहो टल गुर सेविय, अहनस सहज सुभाए। दर्शन परसै गुरु कै, जन्म मरण दुख जाय। होवै सिफत खसम दी, नूर अरसों कुरसों झटियै। तुद डिठे सच्चे पातशाह, माल जन्म जन्म दी कटियै। तुद डिठे सच्चे पातशाह, माल जन्म जन्म दी कटियै। सतनाम श्री वाहिगुरु साहिब जीओ। गौड़ी महला नावा, साधो राम शरण बिसरामा। वेद पुराण पढ़े को एह गुण, सिमरे हर को नामा रहाओ। साधो राम शरण बिसरामा, वेद पुराण पढ़े को एह गुण। सिमरे हर को नामा रहाओ। लोभ मोह माया ममता फुन, आओ बिखयन की सेवा। हरख सोग पर सहजे नाहन, सो मूरत है देवा। सुरग नरक अमृत बिख ए सब, त्यों कंचन अर पैसा। उस्तत निंदा ए समझा के, लोभ मोह फुन तैसा। दुख सुख ए बादे जे नाहिन, तह तुम जानो ज्ञानी। नानक मुक्त ताहे तुम मानो, एह बिद को जो प्राणी। दुख सुख ए बादे जह नाहिन, तह तुम जानो ज्ञानी। नानक मुक्त ताहे तुम मानो, एह बिद को जो प्राणी। वाहिगुरु जी का खालसा, वाहिगुरु जी की फतेह। जुग हो जुग अटल, चवर छत्र तख्त दे मालक। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ, ਜੋ ਸਤਸੰਗਤ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ 'ਤੇ ਅਸੀਂ ਜੁੜ ਬੈਠੇ ਹਾਂ। ਪਿਛਲੇ ਸਾਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੋ ਸ਼ਬਦਾਂ ਦੀ ਲੜੀਵਾਰ ਕਥਾ ਪ੍ਰਾਰੰਭ ਕੀਤੀ ਸੀ, ਔਰ 6 ਸ਼ਬਦਾਂ ਦੀ ਵਿਚਾਰ ਹੋਈ ਸੀ। ਔਰ ਉਸ ਤੋਂ ਬਾਅਦ ਫਿਰ ਕਰੋਨਾ ਦਾ ਕਾਲ ਆਇਆ ਔਰ ਇਹ ਗੈਪ ਪੈ ਗਿਆ। ਹੁਣ ਦੁਬਾਰਾ ਤੋਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਜਗ੍ਹਾ ਜਗ੍ਹਾ 'ਤੇ ਦੁਬਾਰਾ ਇਹ ਸਮਾਗਮ ਸ਼ੁਰੂ ਹੋਏ ਨੇ।
ਔਰ ਆਪ ਜੀ ਦੇ ਨਗਰ ਦੇ ਵਿੱਚ ਇਹ ਸਮਾਗਮ ਪਹੁੰਚੇ ਨੇ। ਤੋ ਉਸੇ ਹੀ ਲੜੀ ਨੂੰ ਜਾਰੀ ਰੱਖਦਿਆਂ ਸਤਿਗੁਰਾਂ ਦੇ 7ਵੇਂ ਸ਼ਬਦ ਦੀ ਆਪਾਂ ਨੇ ਵਿਚਾਰ ਕਰਨੀ ਹੈ। ਇਸ ਤੋਂ ਪਹਿਲਾਂ ਤੁਸੀਂ ਬੱਚਿਆਂ ਤੋਂ ਕੀਰਤਨ ਸਰਵਣ ਕੀਤਾ ਹੈ ਸਾਧ ਸੰਗਤ। ਹਾਲਾਂਕਿ ਅਸੀਂ ਵੱਡੇ ਜਥੇ ਵੀ ਬੁਲਾ ਸਕਦੇ ਸੀ, ਪਰ ਸਾਡੀ ਹਮੇਸ਼ਾ ਤੋਂ ਇਹ ਸੋਚ ਰਹੀ ਆ ਸਾਧ ਸੰਗਤ ਕਿ ਬੱਚਿਆਂ ਨੂੰ ਅੱਗੇ ਲੈ ਕੇ ਆਉਣਾ। ਇਹਦੇ ਨਾਲ ਜੀ 2 ਫਾਇਦੇ, ਜਿਹੜੇ ਵੈਸੇ ਤਾਂ ਫਾਇਦੇ ਬਹੁਤ ਨੇ, ਪਰ 2 ਫਾਇਦੇ ਬੱਚਿਆਂ ਤੋਂ ਕੀਰਤਨ ਕਰਾਉਣ ਦੇ ਪਤਾ ਕੀ ਨੇ। ਪਹਿਲਾ ਫਾਇਦਾ, ਇਹ ਜਦੋਂ ਬੱਚੇ ਕੀਰਤਨ ਕਰਦੇ ਨੇ ਤੇ ਸਾਹਮਣੇ ਬੈਠੇ ਹੋਏ ਬੱਚੇ ਦੇਖਣਗੇ ਤਾਂ ਸਾਹਮਣੇ ਬੈਠੇ ਹੋਏ ਬੱਚਿਆਂ ਅੰਦਰ ਉਤਸ਼ਾਹ ਆਏਗਾ ਵੀ ਜੇ ਉਹ ਬੱਚਾ ਕੀਰਤਨ ਕਰ ਸਕਦਾ, ਮੈਂ ਵੀ ਕੀਰਤਨ ਸਿੱਖਣਾ, ਮੈਂ ਵੀ ਕੀਰਤਨ ਕਰਨਾ। ਇਹ ਪਹਿਲਾ ਫਾਇਦਾ। ਤੇ ਦੂਜਾ ਫਾਇਦਾ ਇਹ ਆ ਵੀ ਜਿਹੜੇ ਅਸੀਂ ਵੱਡੇ ਬੈਠੇ ਆ, ਸਾਨੂੰ ਇਹ ਅਹਿਸਾਸ ਹੋਵੇਗਾ ਵੀ ਜੇ ਇੰਨੀ ਮਿਹਨਤ ਬੱਚੇ ਕਰ ਸਕਦੇ ਆ, ਅਸੀਂ ਤਾਂ ਫਿਰ ਵੀ ਵੱਡੇ ਆ, ਸਾਨੂੰ ਤਾਂ ਹੋਰ ਵੱਧ ਕੇ ਮਿਹਨਤ ਕਰਨੀ ਚਾਹੀਦੀ ਆ। ਇਸ ਕਰਕੇ ਕਿਉਂਕਿ ਪ੍ਰਚਾਰ ਕਰਨਾ, ਕੀਰਤਨ ਕਰਨ ਦਾ ਇੱਕੋ ਮਕਸਦ ਸਾਡੇ ਸਾਰਿਆਂ ਦਾ ਇਹ ਹੋਣਾ ਚਾਹੀਦਾ ਕਿ ਹੋਰਾਂ ਨੂੰ ਵੀ ਜਾਗ ਲੱਗ ਜਾਵੇ ਸਿੱਖੀ ਨਾਲ ਜੁੜਨ ਦੀ। ਤੋ ਇਸੇ ਮਕਸਦ ਦੇ ਤਹਿਤ ਆਪ ਜੀ ਦੇ ਚਰਨਾਂ 'ਤੇ ਜੋ ਅਸੀਂ ਸੇਵਾ ਜੋ ਆਪ ਜੀ ਦੇ ਚਰਨਾਂ 'ਤੇ ਕਰ ਰਹੇ ਹਾਂ, ਅੱਜ 7ਵੇਂ ਬਚਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਵਿਚਾਰ ਕਰਨੀ ਹੈ। ਸਤਿਗੁਰਾਂ ਦਾ ਫਰਮਾਨ ਹੈ, ਸਾਧੋ ਰਾਮ ਸਰਨ ਬਿਸਰਾਮਾ। ਇਹ ਰਹਾਉ ਦੀ ਤੁਕ ਹੈ। ਭਾਵ ਕੀ ਹੈ? ਮਹਾਰਾਜ ਕਹਿੰਦੇ ਨੇ, ਹੇ ਭਾਈ, ਕਿ ਤੂੰ ਉਸ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ। ਉਹ ਪਰਮਾਤਮਾ ਦਾ ਨਾਮ ਹੀ ਤੇਰੇ ਅੰਦਰ ਨੂੰ ਟਿਕਾ ਬਖਸ਼ੇਗਾ। ਤੇ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਨ ਦਾ ਇਹੀ ਲਾਭ ਹੈ ਜੇ ਤੂੰ ਪਰਮਾਤਮਾ ਦੇ ਨਾਮ ਨਾਲ ਜੁੜ ਜਾਵੇਂ। ਇਹਨਾਂ ਬਚਨਾਂ ਦੀ ਵਿਚਾਰ ਕਰਨੀ ਹੈ। ਸੁਰਤ ਟਿਕਾ ਕੇ ਆਪਾਂ ਸਾਰਿਆਂ ਨੇ ਸਰਵਣ ਕਰਨਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਦੇਖੋ, ਆਰੰਭ ਕਰਨ ਤੋਂ ਪਹਿਲਾਂ ਮੈਂ ਬੇਨਤੀ ਕਰਦੇ ਹਾਂ, ਠੀਕ ਆ, ਅਸੀਂ ਇੰਨੀ ਸੰਗਤ ਇੱਥੇ ਸੱਜ ਬੈਠੇ ਹਾਂ। ਮੈਂ ਨਾ ਅਕਸਰ ਇੱਕ ਬੇਨਤੀ ਕਰਦਾ ਹੁੰਦਾ ਹੈ, ਜਦੋਂ ਵੀ ਗੁਰਬਾਣੀ ਦਾ ਪਾਠ ਹੋਣਾ ਹੁੰਦਾ ਹੈ, ਕੀਰਤਨ ਕਥਾ ਹੁੰਦੀ, ਅਕਸਰ ਕਦੋਂ ਹੁੰਦੀ ਆ? ਮਾਫ਼ ਕਰ ਦਿਓ, ਉਦੋਂ ਹੁੰਦੀ ਆ ਜਦੋਂ ਕਿਸੇ ਘਰ ਮਰਗ ਹੋਈ ਹੋਵੇ, ਉਦੋਂ ਅਸੀਂ ਪਾਠ ਰਖਾਉਂਦੇ ਹਾਂ, ਸਤਿਗੁਰਾਂ ਦੇ ਚਰਨਾਂ ਦੀ ਟੇਕ ਲੈਂਦੇ ਹਾਂ, ਜਾਂ ਕੋਈ ਖੁਸ਼ੀ ਦਾ ਮਾਹੌਲ ਹੋਵੇ ਤੇ ਅਸੀਂ ਸਾਰਾ ਨਗਰ ਫਿਰ ਵੱਧ ਚੜ੍ਹ ਕੇ ਉਹਨਾਂ ਦੇ ਘਰ ਪਹੁੰਚਦੇ ਹਾਂ। ਕਿਉਂ ਜਾਂਦੇ ਆ? ਕਿਤੇ ਨਾ ਕਿਤੇ ਸਾਡੀ ਮਜਬੂਰੀ ਹੁੰਦੀ ਆ ਵੀ ਜੇ ਅਸੀਂ ਨਾ ਗਏ ਤੇ ਉਹਨਾਂ ਨੇ ਇਹ ਕਹਿਣਾ ਵੀ ਤੂੰ ਕਾਹਦਾ ਮੇਰਾ ਰਿਸ਼ਤੇਦਾਰ ਸਾਡੇ ਭੋਗ 'ਤੇ ਹੀ ਨਹੀਂ ਆਇਆ। ਇੱਕ ਮਜਬੂਰੀ ਜੀ ਪੈ ਗਈ ਨਾ। ਪਰ ਆਹ ਸਮਾਗਮ ਨਾ ਜੀ ਕਿਸੇ ਲਈ ਕੋਈ ਮਜਬੂਰੀ ਨਹੀਂ ਹੈਗਾ। ਇੱਥੇ ਅਸੀਂ ਕਿਸੇ ਰਿਸ਼ਤੇਦਾਰ ਨੂੰ ਖੁਸ਼ ਨਹੀਂ ਕਰਨਾ ਹੈ, ਕਿਸੇ ਦੁਨਿਆਵੀ ਰਿਸ਼ਤੇਦਾਰ ਨੂੰ ਖੁਸ਼ ਕਰਨ ਨਹੀਂ ਆਉਣਾ, ਤੇ ਨਾ ਹੀ ਸਾਡੀ ਕੋਈ ਮਜਬੂਰੀ ਆ, ਨਾ ਹੀ ਸਾਨੂੰ ਕੋਈ ਮਤਲਬ ਮਿਲਣਾ। ਤੁਸੀਂ ਵਡਭਾਗੇ ਹੋ। ਪਤਾ ਕਿਉਂ? ਕਿਉਂਕਿ ਤੁਸੀਂ ਕੋਈ ਮਜਬੂਰੀ ਨਾਲ ਨਹੀਂ ਆਏ। ਤੁਸੀਂ ਕਿਸੇ ਨੂੰ ਇਹ ਦਿਖਾਉਣ ਨਹੀਂ ਆਏ ਵੀ ਲੈ ਮੈਂ ਤੇਰੇ ਪਿੱਛੇ ਖੜਾ। ਅਸੀਂ ਸਿਰਫ ਤੇ ਸਿਰਫ ਆਪਣੇ ਗੁਰੂ ਲਈ ਆਏ ਆ। ਗਿਣਤੀ ਜਿੰਨੀ ਮਰਜ਼ੀ ਹੋਵੇ, ਪਰ ਇੰਨੀ ਗੱਲ ਸਾਬਤ ਹੋ ਗਈ ਵੀ ਅਸੀਂ ਜਿੰਨੇ ਵੀ ਆਏ ਆ ਕਿਸੇ ਮਜਬੂਰੀ ਵਸ ਨਹੀਂ, ਅਸੀਂ ਤਾਂ ਬਸ ਆਪਣੇ ਗੁਰੂ ਦਾ ਜਸ ਸੁਣਨ ਆਏ ਆ। ਤੇ ਵਡਭਾਗੇ ਉਹ ਹੁੰਦੇ ਨੇ ਜਿਹੜੇ ਗੁਰੂ ਦੇ ਦਰ 'ਤੇ ਕਿਸੇ ਮਜਬੂਰੀ ਵਸ ਨਹੀਂ, ਖੁਸ਼ੀ ਵਸ ਆਉਂਦੇ ਨੇ, ਸਤਿਗੁਰਾਂ ਦੀ ਖੁਸ਼ੀ ਲੈਣ ਆਉਂਦੇ ਨੇ। ਤੋ ਸਤਿਗੁਰੂ ਬਖਸ਼ਿਸ਼ ਕਰਨ, ਅਸੀਂ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਨੇ। ਆਓ ਇਸ ਬਚਨ ਦੀ ਪ੍ਰਾਰੰਭਤਾ ਕਰਨੀ ਹੈ। ਤੇ ਬਚਨ ਦੀ ਵਿਆਖਿਆ ਕਰਨ ਤੋਂ ਪਹਿਲਾਂ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਮੈਂ ਬੇਨਤੀ ਕਰਾਂਗਾ ਵੀ ਆਪਾਂ ਪੂਰੀ ਕਥਾ ਦੇ ਵਿੱਚ ਟਿਕਾ ਬਖਸ਼ਣਾ। ਕਿਸੇ ਨੇ ਉੱਠਣਾ ਨਹੀਂ, ਕਿਸੇ ਨੇ ਇੱਧਰ ਉੱਧਰ ਨਹੀਂ ਦੇਖਣਾ, ਕਿਸੇ ਨੇ ਗੱਲਾਂ ਨਹੀਂ ਕਰਨੀਆਂ। ਆਓ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰੀਏ ਜੀ, ਔਰ ਆਪਣੀ ਰਸਨਾ ਤੋਂ ਉਚਾਰਨ ਕਰੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਅੰਦਰ ਨਾਵੇਂ ਗੁਰਦੇਵ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਜ ਇਹ ਸ਼ਬਦ ਦੀ ਬਖਸ਼ਿਸ਼ ਕਰਦੇ ਹਨ। ਸਾਧੋ ਰਾਮ ਸਰਨ ਬਿਸਰਾਮਾ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਹੇ ਸਾਧੋ, ਹੇ ਭਲੇ ਮਨੁੱਖ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ। ਰਾਮ ਸਰਨ ਬਿਸਰਾਮਾ। ਬਿਸਰਾਮਾ ਦਾ ਅਰਥ ਕੀ ਹੁੰਦਾ ਹੈ? ਆਰਾਮ ਆਉਣਾ, ਟਿਕਾ ਆ ਜਾਣਾ। ਮਹਾਰਾਜ ਕਹਿੰਦੇ ਟਿਕਾ ਪਤਾ ਕਿਵੇਂ ਆਏਗਾ? ਰਾਮ ਸਰਨ ਬਿਸਰਾਮਾ। ਰਾਮ ਦੀ ਸ਼ਰਣੀ ਆਇਆ।
ਪਰਮਾਤਮਾ ਦੇ ਨਾਮ ਦੀ ਸ਼ਰਣੀ ਆਵਾਂਗੇ ਤੇ ਅੰਦਰ ਦਾ ਟਿਕਾ ਮਿਲੇਗਾ। वेद पुराण पढ़े को एह गुण सिमरे हर को नामा। ਮਹਾਰਾਜ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਆ ਜਿਹੜੇ ਧਾਰਮਿਕ ਗ੍ਰੰਥ ਨੇ ਨਾ, ਇਹਨਾਂ ਨੂੰ ਪੜ੍ਹਨ ਦਾ ਫਾਇਦਾ ਪਤਾ ਕੀ ਆ? ਫਾਇਦਾ ਤਾਂ ਹੀ ਆ ਜੇ ਉਹਨਾਂ ਧਾਰਮਿਕ ਗ੍ਰੰਥਾਂ ਦੇ ਜ਼ਰੀਏ ਅਸੀਂ ਪਰਮਾਤਮਾ ਨਾਲ ਜੁੜ ਜਾਈਏ। ਧਾਰਮਿਕ ਗ੍ਰੰਥ ਬੜੇ ਪੜ੍ਹਦੇ ਨੇ, ਮਾਫ ਕਰਿਓ, ਪਰ ਕਈ ਧਾਰਮਿਕ ਗ੍ਰੰਥ ਪੜ੍ਹਦੇ ਨੇ ਪੈਸੇ ਕਮਾਉਣ ਲਈ, ਕਈ ਧਾਰਮਿਕ ਗ੍ਰੰਥ ਪੜ੍ਹਦੇ ਨੇ ਪਦਾਰਥ ਇਕੱਠੇ ਕਰਨ ਲਈ, ਕਈ ਧਾਰਮਿਕ ਗ੍ਰੰਥ ਪੜ੍ਹਦੇ ਨੇ ਇਹ ਦਿਖਾਉਣ ਲਈ ਵੀ ਮੈਂ ਤਾਂ ਪਾਠੀ ਹਾਂ ਜੀ, ਮੈਂ ਬੜਾ ਸੋਹਣਾ ਪਾਠ ਕਰ ਲੈਂਦਾ। ਹੁਣ ਮੈਂ ਕਥਾ ਕਰਦਾ, ਬਹੁਤੇ ਇਸ ਕਰਕੇ ਕਥਾ ਕਰਦੇ ਨੇ ਜੀ ਸੋਭਾ ਹੋਵੇ, ਲੋਕੀ ਕਹਿਣ ਜੀ ਇਹ ਬੋਲ ਲੈਂਦਾ। ਕਈ ਕੀਰਤਨ ਕਰਦੇ ਨੇ, ਕਿਉਂ ਕਰਦੇ ਨੇ? ਇਸ ਕਰਕੇ ਕਰਦੇ ਨੇ ਵੀ ਸੋਭਾ ਹੋਵੇ। ਮਹਾਰਾਜ ਕਹਿੰਦੇ ਵੀ ਜੇ ਤੁਸੀਂ ਇਹ ਮਨਸਾ ਲੈ ਕੇ ਧਾਰਮਿਕ ਗ੍ਰੰਥ ਪੜ੍ਹਦੇ ਪਏ ਹੋ ਨਾ, ਕਿਤੇ ਨਾ ਕਿਤੇ ਤੁਹਾਨੂੰ ਉਹ ਫਾਇਦਾ ਨਹੀਂ ਹੋਣਾ ਜਿਹੜਾ ਫਾਇਦਾ ਧਾਰਮਿਕ ਗ੍ਰੰਥ ਪੜ੍ਹਨ ਦੀ ਇਸ ਭਾਵਨਾ ਨਾਲ ਹੋਣਾ ਸੀ ਵੀ ਤੁਸੀਂ ਬਸ ਪਰਮਾਤਮਾ ਨਾਲ ਜੁੜਨਾ ਚਾਹੁੰਦੇ ਹੋ। ਮੈਂ ਜਪਜੀ ਸਾਹਿਬ ਇਸ ਕਰਕੇ ਨਹੀਂ ਕਰਨਾ ਵੀ ਮੈਨੂੰ ਕੋਈ ਪੈਸੇ ਮਿਲਣ, ਸੋਭਾ ਮਿਲੇ। ਮੈਂ ਜਪਜੀ ਸਾਹਿਬ ਇਸ ਕਰਕੇ ਕਰਨਾ ਤਾਂ ਕਿ ਮੈਂ ਵਾਹਿਗੁਰੂ ਜੀ ਨਾਲ ਜੁੜ ਸਕਾਂ। ਇਹ ਰਹਾਉ ਦੀ ਤੁਕ, ਇਹ ਜਿਹੜੇ ਰਹਾਉ ਦੀ ਤੁਕ ਹੁੰਦੀ ਆ ਨਾ ਜੀ, ਉਹ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਭਾਵ ਪੂਰੇ ਸ਼ਬਦ ਦਾ ਜਿਹੜਾ ਭਾਵ ਨਾ ਉਸ ਰਹਾਉ ਦੀ ਤੁਕ ਦੇ ਵਿੱਚ ਲੁਕਿਆ ਹੁੰਦਾ। ਅਸੀਂ ਥੋੜ੍ਹਾ ਸਮਾਂ ਰੁਕ ਕੇ ਇਸ ਭਾਵ ਨੂੰ ਸਮਝਣ ਦਾ ਯਤਨ ਕਰਨਾ ਹੈ ਸਾਧ ਸੰਗਤ। ਮਹਾਰਾਜ ਕਹਿੰਦੇ ਸਾਧੋ ਰਾਮ ਸਰਣ ਬਿਸਰਾਮਾ। ਹੇ ਭਲੇ ਮਨੁੱਖ, ਇਹ ਗੱਲ ਸਮਝ ਲੈ ਵੀ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਤੈਨੂੰ ਅੰਦਰ ਦਾ ਟਿਕਾ ਮਿਲਣਾ ਹੈ। ਥੋੜ੍ਹਾ ਜਿਹਾ ਇਹਨੂੰ ਸਮਝਣ ਵਾਸਤੇ ਨਾ ਜੀ ਗੁਰਬਾਣੀ 'ਚੋਂ ਹੀ ਵਿਆਖਿਆ ਕਰਾਂਗੇ, ਕਿਉਂਕਿ ਗੁਰਬਾਣੀ ਦੇ ਅਰਥ ਗੁਰਬਾਣੀ ਸਮਝਾ ਸਕਦੀ ਆ। ਅਸੀਂ ਇੱਧਰ ਉੱਧਰੋਂ ਚੁਟਕਲੇ ਲੈ ਕੇ, ਇੱਧਰ ਉੱਧਰ ਦੀਆਂ ਕਹਾਣੀਆਂ ਲੈ ਕੇ ਕਈ ਵਾਰੀ ਗੱਲਾਂ ਕਰਨ ਦਾ ਯਤਨ ਕਰਦੇ ਹਾਂ, ਪਰ ਇਹ ਭਾਵਨਾ ਰੱਖੀਏ ਗੁਰਬਾਣੀ ਦੀ ਗੱਲ ਕੇਵਲ ਗੁਰਬਾਣੀ 'ਚੋਂ ਹੀ ਸਮਝ ਲੱਗ ਸਕਦੀ ਆ। ਗੁਰਬਾਣੀ ਦੇ ਇੱਕ ਸ਼ਬਦ ਦਾ ਭਾਵ ਗੁਰਬਾਣੀ ਦੇ ਦੂਜੇ ਸ਼ਬਦ ਕਰਦੇ ਪਏ ਨੇ, ਗੁਰਬਾਣੀ ਦੇ ਦੂਜੇ ਸ਼ਬਦ ਗੁਰਬਾਣੀ ਦੀ ਵਿਆਖਿਆ ਕਰਦੇ ਪਏ ਨੇ। ਥੋੜ੍ਹਾ ਜਿਹਾ ਆਪਾਂ ਸਮਝਣ ਦਾ ਯਤਨ ਕਰਨਾ ਹੈ। ਮਹਾਰਾਜ ਕਹਿੰਦੇ ਸਾਧੋ ਰਾਮ ਸਰਣ ਬਿਸਰਾਮਾ। ਹੇ ਭਾਈ, ਪਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਅੰਦਰ ਦਾ ਟਿਕਾ ਮਿਲਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਸੇ ਬਚਨ ਦੀ ਵਿਆਖਿਆ ਕਰਦੇ ਹਾਂ। ਕਬੀਰ ਸਾਹਿਬ ਦਾ ਇੱਕ ਬਚਨ ਆਉਂਦਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਥੋੜ੍ਹਾ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟ ਸਹਿ ਕਿਉਂ ਕਰ ਸਮੁੰਦ ਸੰਭਾਲ। ਸਮੁੰਦਰ ਦੇ ਵਿੱਚ ਕੁਝ ਮੱਛੀਆਂ ਰਹਿ ਰਹੀਆਂ ਸਨ, ਸਿਰਫ ਸਮਝਣ ਵਾਸਤੇ ਉਦਾਹਰਣ ਹੈ ਸਾਧ ਸੰਗਤ। ਅਤੇ ਉਹਨਾਂ ਦੇ ਵਿੱਚੋਂ ਨਾ ਇੱਕ ਮੱਛੀ ਉਸ ਸਮੁੰਦਰ ਦੇ ਵਿੱਚੋਂ ਸਫ਼ਰ ਤੈਅ ਕਰਦਿਆਂ, ਨਦੀ 'ਚੋਂ ਹੁੰਦਿਆਂ ਹੋਇਆਂ ਨਾ ਜੀ, ਇੱਕ ਨਿੱਕੀ ਜਿਹੀ ਛੱਪੜੀ ਵਿੱਚ ਪਹੁੰਚੀ ਅਤੇ ਉਹਨੇ ਕੀ ਦੇਖਿਆ ਵੀ ਇੱਥੋਂ ਦਾ ਤਾਂ ਪਾਣੀ ਬੜਾ ਮਿੱਠਾ ਹੈ। ਸਮੁੰਦਰ ਦਾ ਪਾਣੀ ਖਾਰਾ ਸੀ, ਇੱਥੋਂ ਦਾ ਤਾਂ ਪਾਣੀ ਬੜਾ ਮਿੱਠਾ ਹੈ। ਵਾਪਸ ਆਈ ਅਤੇ ਵਾਪਸ ਆ ਕੇ ਆਪਣੀ ਬਾਕੀ ਪਰਿਵਾਰ ਵਾਲੀਆਂ ਮੱਛੀਆਂ ਨੂੰ ਕਹਿੰਦੀ ਹੈ ਵੀ ਭੈਣੋ, ਤੁਹਾਨੂੰ ਪਤਾ ਹੈ ਮੈਂ ਫਲਾਣੇ ਛੱਪੜ 'ਤੇ ਜਾ ਕੇ ਆਈ ਸੀ, ਇਹ ਸਮੁੰਦਰ ਦਾ ਪਾਣੀ ਤਾਂ ਬੜਾ ਖਾਰਾ, ਪਰ ਉਹ ਛੱਪੜ ਦਾ ਪਾਣੀ ਬੜਾ ਮਿੱਠਾ। ਜੇ ਇੰਜ ਕਰਦੇ ਆਪਾਂ ਸਾਰੀਆਂ ਮੱਛੀਆਂ ਰਲ ਕੇ ਉੱਥੇ ਹੀ ਚਲੇ ਜਾਂਦੇ ਹਾਂ, ਉੱਥੇ ਹੀ ਜਾ ਕੇ ਵਸ ਜਾਂਦੇ ਹਾਂ। ਉਹਨਾਂ ਮੱਛੀਆਂ ਦੇ ਵਿੱਚ ਇੱਕ ਸਿਆਣੀ ਮੱਛੀ, ਬਜ਼ੁਰਗ ਮੱਛੀ ਸੀ, ਉਹਨੇ ਸਮਝਾਇਆ ਵੀ, ਕਹਿਣ ਲੱਗੇ ਵੀ ਨਹੀਂ ਬੱਚੀਏ, ਇਹ ਕੰਮ ਨਾ ਕਰਿਓ। ਸਮੁੰਦਰ ਦਾ ਪਾਣੀ ਭਾਵੇਂ ਖਾਰਾ ਹੈ, ਪਰ ਭੁੱਲ ਕੇ ਵੀ ਸਮੁੰਦਰ ਨਾ ਛੱਡ ਦਿਓ, ਕਿਉਂਕਿ ਸਮੁੰਦਰ ਦੀ ਗਹਿਰਾਈ ਬਹੁਤ ਹੈ। ਜੇ ਕਦੀ ਵੀ ਮੁਸ਼ਕਲ ਆਈ, ਇਹ ਸਮੁੰਦਰ ਦੀ ਗਹਿਰਾਈ ਸਾਨੂੰ ਬਚਾ ਲਏਗੀ। ਅਤੇ ਜੇ ਅਸੀਂ ਸਮੁੰਦਰ ਛੱਡ ਕੇ ਛੱਪੜ ਵਿੱਚ ਚਲੇ ਗਏ, ਪਾਣੀ ਭਾਵੇਂ ਉਹਦਾ ਮਿੱਠਾ ਜੇ, ਪਰ ਉਹਦੀ ਇੰਨੀ ਗਹਿਰਾਈ ਨਹੀਂ ਕਿ ਮੁਸ਼ਕਲ ਆਉਣ 'ਤੇ ਤੁਹਾਨੂੰ ਬਚਾ ਸਕੇ। ਕਹਿੰਦੇ ਨਹੀਂ, ਭੁੱਲ ਕੇ ਵੀ ਨਾ ਜਾਇਓ। ਪਰ ਉਹ ਮੱਛੀ ਨੇ ਜਿੱਦ ਫੜ ਲਈ ਵੀ ਮੈਂ ਤਾਂ ਜਾਣਾ ਹੀ ਜਾਣਾ ਹੈ। ਉਹਨੇ ਇੱਕ ਦੋ ਮਿੱਤਰਾਂ ਨੂੰ ਨਾਲ ਲਿਆ, ਇੱਕ ਦੋ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਨਾਲ ਜੋੜਿਆ। ਇਸ ਤਰ੍ਹਾਂ 6-7 ਮੱਛੀਆਂ ਇਕੱਠੀਆਂ ਰਲ ਕੇ ਉੱਥੋਂ ਚੱਲ ਪਈਆਂ, ਸਮੁੰਦਰ ਛੱਡ ਦਿੱਤਾ। ਨਦੀ 'ਚੋਂ ਹੁੰਦਿਆਂ ਹੋਇਆਂ ਉਹ ਉਸ ਛੱਪੜੀ ਵਿੱਚ ਪਹੁੰਚ ਗਏ ਅਤੇ ਉੱਥੇ ਜਾ ਕੇ ਹੁਣ ਟਿਕਾਣਾ ਕਰਦੇ ਨੇ ਅਤੇ ਇੰਝ ਸੋਚਦੇ ਨੇ ਵੀ ਅਸੀਂ ਇਸ ਛੱਪੜੀ ਵਿੱਚ ਆ ਗਈਆਂ, ਇੱਥੋਂ ਦਾ ਤਾਂ ਪਾਣੀ ਬੜਾ ਮਿੱਠਾ, ਇੱਥੇ ਰਹਿਣ ਦਾ ਮਜ਼ਾ ਆਊਗਾ। ਕਹਿੰਦੇ ਥੋੜ੍ਹਾ ਸਮਾਂ ਲੰਘਿਆ, ਇੰਨੀ ਦੇਰ ਨੂੰ ਕੁਝ ਮਛਿਆਰੇ ਆਏ। ਉਹਨਾਂ ਪਲੈਨਿੰਗ ਕੀਤੀ ਵੀ ਅਸੀਂ ਮੱਛੀਆਂ ਫੜਨੀਆਂ ਨੇ। ਪਹਿਲਾਂ ਗਏ ਉਹ ਸਮੁੰਦਰ ਵਿੱਚ, ਸਮੁੰਦਰ ਦੇ ਵਿੱਚ ਉਹਨਾਂ ਨੇ ਜਾਲ ਵਿਛਾਇਆ ਅਤੇ ਜਿਹੜੀਆਂ ਮੱਛੀਆਂ ਸਮੁੰਦਰ ਵਿੱਚ ਰਹਿ ਰਹੀਆਂ ਸਨ, ਪਤਾ ਲੱਗਿਆ ਵੀ ਮਛਿਆਰੇ ਨੇ ਜਾਲ ਵਿਛਾਇਆ। ਜਦੋਂ ਮਛਿਆਰੇ ਨੇ ਉਸ ਸਮੁੰਦਰ ਦੇ ਵਿੱਚ ਜਾਲ ਸੁੱਟਿਆ, ਉਹ ਮੱਛੀਆਂ ਡੂੰਘਾ ਚਲੀਆਂ ਗਈਆਂ, ਡੂੰਘਾਈ 'ਚ ਚਲੀਆਂ ਗਈਆਂ ਵੀ ਉੱਥੋਂ ਤੱਕ ਜਾਲ ਨਾ ਪਹੁੰਚ ਸਕੇ। ਮਛਿਆਰੇ ਨੇ ਵੇਖਿਆ ਵੀ ਮੱਛੀਆਂ ਤਾਂ ਡੂੰਘੀਆਂ ਚਲੀਆਂ ਗਈਆਂ। ਉਹਨੇ ਕੀ ਕੀਤਾ, ਉਹਨੇ ਜਾਲ ਥੋੜ੍ਹਾ ਹੋਰ ਡੂੰਘਾ ਸੁੱਟਿਆ
ਮੱਛੀਆਂ ਹੋਰ ਡੂੰਘੀਆਂ ਚਲੀਆਂ ਗਈਆਂ। ਉਹਨੇ ਫਿਰ ਕੰਮ ਕੀਤਾ, ਉਹਨੇ ਜਾਲ ਨੂੰ ਹੋਰ ਡੂੰਘਾ ਸੁੱਟਣ ਦਾ ਯਤਨ ਕੀਤਾ, ਪਰ ਮੱਛੀਆਂ ਇੰਨੀਆਂ ਡੂੰਘੀਆਂ ਚਲੀਆਂ ਗਈਆਂ ਜਿੱਥੋਂ ਤੱਕ ਉਸ ਮਛਿਆਰੇ ਦੇ ਜਾਲ ਦੀ ਵੀ ਪਹੁੰਚ ਨਾ ਹੋ ਸਕੀ। ਕਿਉਂਕਿ ਸਮੁੰਦਰ ਕਿੰਨਾ ਗਹਿਰਾ, ਜਿੰਨਾ ਮਰਜ਼ੀ ਡੂੰਘਾ ਚਲੇ ਜਾਓ, ਪੂਰੀ ਡੂੰਘਾਈ ਵਿੱਚ ਚਲੀਆਂ ਗਈਆਂ ਤੇ ਮਛਿਆਰੇ ਦਾ ਜਾਲ ਉੱਥੋਂ ਤੱਕ ਨਾ ਪਹੁੰਚ ਸਕਿਆ। ਆਖਰ ਨਿਰਾਸ਼ ਹੋ ਕੇ ਮਛਿਆਰੇ ਨੂੰ ਉੱਥੋਂ ਵਾਪਸ ਆਉਣਾ ਪਿਆ। ਫਿਰ ਉਹਨੇ ਕਿਤੇ ਹੋਰ ਟਰਾਈ ਕੀਤਾ, ਨਦੀਆਂ 'ਚ ਟਰਾਈ ਕੀਤਾ, ਛੱਪੜੀਆਂ 'ਚ ਟਰਾਈ ਕੀਤਾ। ਇਸ ਤਰ੍ਹਾਂ ਟਰਾਈ ਕਰਦਿਆਂ ਕਰਦਿਆਂ ਉਸ ਛੱਪੜੀ ਕੋਲ ਪਹੁੰਚ ਗਏ, ਜਿਸ ਛੱਪੜੀ ਵਿੱਚ ਉਹਨਾਂ 6-7 ਮੱਛੀਆਂ ਨੇ ਹੁਣੇ ਆ ਕੇ ਟਿਕਾਣਾ ਕੀਤਾ ਸੀ। ਮਛਿਆਰੇ ਨੇ ਉੱਥੇ ਵੀ ਜਿਹੜਾ ਜਾਲ ਸੁੱਟਿਆ। ਹੁਣ ਉਹਨਾਂ ਮੱਛੀਆਂ ਨੂੰ ਪਤਾ ਲੱਗਿਆ ਵੀ ਮਛਿਆਰੇ ਸਾਨੂੰ ਫੜਨ ਆਏ ਨੇ, ਸਾਡੀ ਤਾਂ ਜਾਨ 'ਤੇ ਬਾਣ ਆਈ, ਅਸੀਂ ਤਾਂ ਮਰ ਜਾਵਾਂਗੇ ਇੰਝ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਡੂੰਘਾ ਜਾਣ ਦਾ ਯਤਨ ਕੀਤਾ, ਤੇ ਜਦੋਂ ਡੂੰਘਾ ਜਾਣ ਦਾ ਯਤਨ ਕੀਤਾ ਹੱਦ ਮੁੱਕ ਗਈ। ਹੁਣ ਛੱਪੜ ਕਿੰਨਾ ਕੁ ਡੂੰਘਾ ਹੋ ਸਕਦਾ ਸੀ, ਕਿੰਨਾ ਕੁ ਡੂੰਘਾ ਜਾ ਸਕਦੇ ਸੀ। ਡੂੰਘਾਈ ਵਿੱਚ ਜਾਣ ਦਾ ਯਤਨ ਕੀਤਾ, ਹੱਦ ਮੁੱਕ ਗਈ। ਸੱਜੇ ਪਾਸੇ ਜਾਣ ਦਾ ਯਤਨ ਕੀਤਾ, ਉੱਥੇ ਕਿਨਾਰਾ ਆ ਗਿਆ, ਉੱਥੇ ਵੀ ਹੱਦ ਮੁੱਕ ਗਈ। ਖੱਬੇ ਪਾਸੇ ਜਾਣ ਦਾ ਯਤਨ ਕੀਤਾ, ਉੱਥੇ ਵੀ ਹੱਦ ਮੁੱਕ ਗਈ। ਇੱਧਰ ਉੱਧਰ ਭੱਜਣ ਦਾ ਯਤਨ ਕੀਤਾ, ਪਰ ਉਹਨਾਂ ਨੂੰ ਕੋਈ ਰਸਤਾ ਨਾ ਲੱਭਿਆ, ਕਿਉਂਕਿ ਉਹ ਛੱਪੜ ਤਾਂ ਹੈ ਹੀ ਛੋਟਾ ਜਿਹਾ ਸੀ, ਹੋਰ ਕਿੱਥੇ ਭੱਜ ਸਕਦੇ ਸੀ। ਸਮੁੰਦਰ ਵਿੱਚ ਹੁੰਦੇ ਜਿੱਥੇ ਮਰਜ਼ੀ ਭੱਜ ਸਕਦੇ ਸੀ, ਜਿੰਨਾ ਮਰਜ਼ੀ ਡੂੰਘਾ ਜਾ ਸਕਦੇ ਸੀ, ਪਰ ਨਿੱਕੇ ਜਿਹੇ ਛੱਪੜ ਵਿੱਚ ਕਿੱਥੇ ਭੱਜਣ। ਆਖਰ ਮਛਿਆਰੇ ਦੇ ਜਾਲ ਵਿੱਚ ਫਸ ਹੀ ਗਈਆਂ। ਤੇ ਜਦੋਂ ਉਸ ਮਛਿਆਰੇ ਦੇ ਜਾਲ ਵਿੱਚ ਫਸੀਆਂ ਨਾ, ਤੇ ਤੜਫਦੀਆਂ ਹੋਈਆਂ ਉਹ ਮੱਛੀਆਂ ਸੋਚਦੀਆਂ ਪਈਆਂ ਨੇ, ਕਾਸ਼ ਕਿਤੇ ਅਸੀਂ ਆਪਣੇ ਬਜ਼ੁਰਗਾਂ ਦੀ ਗੱਲ ਮੰਨ ਲਈ ਹੁੰਦੀ। ਭਾਵੇਂ ਸਮੁੰਦਰ ਦਾ ਪਾਣੀ ਖਾਰਾ ਸੀ, ਜੇ ਅਸੀਂ ਸਮੁੰਦਰ ਨਾ ਛੱਡਦੇ ਤੇ ਆਹ ਕੁਝ ਸਾਡੇ ਨਾਲ ਅੱਜ ਨਹੀਂ ਸੀ ਬਣਨਾ। ਤੇ ਕਬੀਰ ਸਾਹਿਬ ਨੇ ਵੀ ਇਹ ਸਮਝਾਉਣ ਦਾ ਯਤਨ ਕੀਤਾ ਹੈ। ਕਹਿੰਦੇ ਨੇ, ਕਬੀਰ ਥੋੜ੍ਹੇ ਜਲ ਮਾਛਲੀ ਝੀਵਰ ਮੇਲਿਓ ਜਾਲ, ਇਹ ਟੋਗਨੇ ਨਾ ਛੂਟ ਸਹਿ ਕਿਉਂ ਕਰ ਸਮੁੰਦ ਸੰਭਾਲ। ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ, ਪੋਖਰ ਪੋਖਰ ਢੂੰਡ ਤੇ ਭਲੋ ਨਾ ਕਹਿਆ ਕੋਏ। ਕਬੀਰ ਸਾਹਿਬ ਕਹਿੰਦੇ, ਹੇ ਮੱਛੀ, ਭੁੱਲ ਕੇ ਵੀ ਸਮੁੰਦਰ ਨਾ ਛੱਡੀ। ਭਾਵੇਂ ਸਮੁੰਦਰ ਦਾ ਪਾਣੀ ਖਾਰਾ ਹੈ, ਪਰ ਜੇ ਤੂੰ ਸਮੁੰਦਰ ਛੱਡ ਦਿੱਤਾ ਤੇ ਤੈਨੂੰ ਕਿਸੇ ਨੇ ਬਚਾਉਣਾ ਨਹੀਂ। ਜੇ ਤੂੰ ਸਮੁੰਦਰ ਦਾ ਆਸਰਾ ਲਿਆ ਤੇ ਇਹ ਸਮੁੰਦਰ ਦੀ ਗਹਿਰਾਈ ਤੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਵੇਗੀ। ਇਸ ਕਰਕੇ ਭੁੱਲ ਕੇ ਵੀ ਸਮੁੰਦਰ ਨਾ ਛੱਡੀ। ਇਹਦਾ ਭਾਵ ਕੀ ਹੈ ਸਾਧ ਸੰਗਤ? ਇਹਦਾ ਭਾਵ ਇਹ ਆ ਵੀ ਹੇ ਮਨੁੱਖ, ਭੁੱਲ ਕੇ ਵੀ ਪਰਮਾਤਮਾ ਦਾ ਦਰ ਨਾ ਛੱਡੀ। ਭਾਵੇਂ ਪਰਮਾਤਮਾ ਦੇ ਰਸਤੇ 'ਤੇ ਚੱਲਦਿਆਂ, ਪਰਮਾਤਮਾ ਦੇ ਦਰ 'ਤੇ ਬੈਠਿਆਂ ਦੁਨਿਆਵੀ ਮੁਸ਼ਕਲਾਂ ਤੈਨੂੰ ਬੜੀਆਂ ਆਉਣਗੀਆਂ, ਇਹਦੇ 'ਚ ਕੋਈ ਸ਼ੱਕ ਨਹੀਂ। ਪਰਮਾਤਮਾ ਦੇ ਰਸਤੇ 'ਤੇ ਚੱਲਣ ਵਾਲਿਆਂ ਨੂੰ ਦੁਨਿਆਵੀ ਮੁਸ਼ਕਲਾਂ ਬੜੀਆਂ ਆਈਆਂ ਜੇ। ਕਿਸੇ ਨੂੰ ਕਿਸੇ ਦੀਆਂ ਖੋਪੜੀਆਂ ਲਾਈਆਂ ਗਈਆਂ, ਕਿਸੇ ਨੂੰ ਆਰੇ ਨਾਲ ਚੀਰਿਆ ਗਿਆ, ਕਿਸੇ ਦੇ ਬੰਦ ਕੱਟੇ ਗਏ, ਕਿਸੇ ਨੂੰ ਜਿਉਂਦਾ ਸਾੜਿਆ ਗਿਆ, ਕਿਸੇ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ ਗਿਆ। ਕਿਸੇ ਦੇ ਇਹ ਹਾਲਾਤ ਬਣ ਗਏ ਕਿ ਪੂਰੀ ਦੁਨੀਆ ਉਹਦੇ ਖਿਲਾਫ ਹੋ ਗਈ। ਲੋਕੀ ਉਹਦੀ ਬਦਨਾਮੀ ਕਰਦੇ ਨੇ, ਨਿੰਦਿਆ ਕਰਦੇ ਨੇ। ਪਰਮਾਤਮਾ ਦੇ ਰਸਤੇ 'ਤੇ ਚੱਲਦਿਆਂ ਹੋ ਸਕਦਾ ਮੁਸ਼ਕਲਾਂ ਬੜੀਆਂ ਹੋਣ, ਤੇ ਦੁਨਿਆਵੀ ਰਸਤੇ 'ਤੇ ਚੱਲਦਿਆਂ ਹੋ ਸਕਦਾ ਦੁਨਿਆਵੀ ਸੁੱਖ ਬੜੇ ਹੋਣ। ਕਿਉਂਕਿ ਇਸੇ ਕਰਕੇ ਕੰਪੇਅਰ ਕੀਤਾ ਨਾ, ਸਮੁੰਦਰ ਦਾ ਪਾਣੀ ਖਾਰਾ ਹੈ ਪਰ ਸਮੁੰਦਰ ਛੱਡਿਓ ਨਾ। ਪਰਮਾਤਮਾ ਦਾ ਰਸਤਾ ਔਖਾ ਜੇ, ਪਰ ਇਹ ਰਸਤਾ ਛੱਡਿਓ ਨਾ। ਕਿਉਂਕਿ ਦੁਨਿਆਵੀ ਮੁਸ਼ਕਲ ਇੱਥੇ ਭਾਵੇਂ ਲੱਖਾਂ ਹੋਣ, ਪਰ ਸੱਚ ਜਾਣਿਓ, ਜੇ ਪਰਮਾਤਮਾ ਦੇ ਰਸਤੇ 'ਤੇ ਤੁਰਦੇ ਗਏ, ਤੁਹਾਡੇ ਅੰਦਰ ਆਤਮਾ ਨੂੰ ਕਦੀ ਨੁਕਸਾਨ ਨਹੀਂ ਪਹੁੰਚੇਗਾ। ਤੁਸੀਂ ਕਾਮੀ ਨਹੀਂ ਹੋ ਸਕੋਗੇ, ਤੁਹਾਡੇ 'ਤੇ ਕ੍ਰੋਧ ਹਮਲਾ ਨਹੀਂ ਕਰ ਸਕੇਗਾ, ਤੁਹਾਡੇ 'ਤੇ ਹੰਕਾਰ ਹਮਲਾ ਨਹੀਂ ਕਰੇਗਾ, ਤੁਸੀਂ ਮੋਹ ਕਰਕੇ ਦੁਖੀ ਨਹੀਂ ਹੋਵੋਗੇ। ਜੇ ਤੁਸੀਂ ਪਰਮਾਤਮਾ ਦੇ ਰਸਤੇ 'ਤੇ ਚੱਲੇ ਨਾ, ਅੰਦਰ ਦਾ ਟਿਕਾ ਸਦਾ ਰਹੇਗਾ। ਹਾਂ, ਜੇ ਪਰਮਾਤਮਾ ਦਾ ਰਸਤਾ ਛੱਡ ਦਿੱਤਾ, ਦੁਨਿਆਵੀ ਸੁੱਖਾਂ ਕਰਕੇ ਤੁਸੀਂ ਪਰਮਾਤਮਾ ਦਾ ਰਸਤਾ ਛੱਡਿਆ, ਹੋ ਸਕਦਾ ਦੁਨਿਆਵੀ ਰਸਤੇ 'ਤੇ ਚੱਲਦਿਆਂ ਤੁਹਾਨੂੰ ਪਦਾਰਥ ਬੜੇ ਮਿਲ ਜਾਣ। ਕਿਉਂਕਿ ਪਦਾਰਥ ਇਕੱਠੇ ਕਰਨ ਲਈ ਬੇਈਮਾਨੀ ਕਰਨੀ ਪੈਣੀ ਆ, ਕਿਸੇ ਨੂੰ ਠੱਗਣਾ ਪੈਣਾ, ਕਿਸੇ ਨੂੰ ਝੂਠ ਬੋਲਣੇ ਪੈਣੇ ਨੇ, ਪਤਾ ਨਹੀਂ ਕਿੰਨਾ ਕੁਝ ਕਰਨਾ ਪੈਣਾ। ਹੋ ਸਕਦਾ ਪਦਾਰਥ ਮਿਲ ਜਾਣ ਤੈਨੂੰ, ਝੂਠ ਬੋਲ ਕੇ ਤੇਰੇ ਕੋਲ 10 ਪੈਸੇ ਵੱਧ ਆ ਜਾਣਗੇ, ਬੇਈਮਾਨੀ ਕਰਕੇ ਤੇਰੀ ਜੇਬ ਜ਼ਿਆਦੀ ਭਰ ਜਾਵੇਗੀ, ਪਰ ਜਦੋਂ ਰਾਤ ਨੂੰ ਸੌਣ ਲੱਗੇਗਾ ਨਾ, ਤੈਨੂੰ ਸੁੱਖ ਦੀ ਨੀਂਦ ਨਹੀਂ ਆਉਣੀ, ਇਹ ਯਾਦ ਰੱਖੀ। ਬੇਈਮਾਨੀ ਕਰਨ ਵਾਲੇ ਨੂੰ ਕਦੀ ਚੈਨ ਦੀ ਨੀਂਦ ਨਹੀਂ ਆ ਸਕਦੀ। ਇਹ ਨਾ ਸੋਚਿਓ ਵੀ ਜੇ ਉਹ ਬੇਈਮਾਨੀ ਦੇ ਨਾਲ ਆਪਣੀਆਂ ਜੇਬਾਂ ਭਰ ਰਿਹਾ ਹੈ ਤਾਂ ਉਹ ਬੜਾ ਸੁਖੀ ਹੋਵੇਗਾ। ਵੱਡੀਆਂ ਵੱਡੀਆਂ ਕੋਠੀਆਂ ਵਾਲੇ ਵੀ ਮੈਂ ਅੰਦਰੋਂ ਤੜਫਦੇ ਦੇਖੇ ਨੇ, ਜੇ ਉਹ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ। ਇਸੇ ਕਰਕੇ ਗੁਰਬਾਣੀ ਦਾ ਫਰਮਾਨ ਹੈ ਜੀ, ਅਣਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ 4-6 ਛਾੜ ਚੱਲਿਓ ਸਭ ਕੋਏ। ਕਾਕੋ ਮਾਤ ਪਿਤਾ ਸੁਤ ਧੀਆ,
ਗ੍ਰਹਿ ਬਣਤਾ ਕਛ ਸੰਗ ਨਾ ਲੀਆ, ਐਸੀ ਸੰਚ ਜੋ ਬਿਨਸਤ ਨਾਹੀ, ਪਤ ਸੇਤੀ ਆਪਣੇ ਘਰ ਜਾਹੀ, ਸਾਧ ਸੰਗ ਕਲ ਕੀਰਤਨ ਗਾਇਆ, ਨਾਨਕ ਤੇ ਬਹੁਰ ਨਾ ਆਇਆ। ਜੇ ਤੂੰ ਦੁਨਿਆਵੀ ਲੋਕਾਂ ਦਾ ਸਹਾਰਾ ਲੈ ਲਿਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਣ, ਵਿਅਰਥੇ ਅੰਦਰ ਦਾ ਟਿਕਾ ਨਹੀਂ ਮਿਲਣਾ। ਜੇ ਤੂੰ ਦੁਨੀਆ ਨਾਲ ਜੁੜਨ ਦਾ ਯਤਨ ਕਰੇਗਾ ਨਾ ਤੇ ਸੱਚ ਜਾਣਿਓ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਅੱਜ ਦੀ ਦੁਨੀਆ ਵਿੱਚ ਕੋਈ ਭਰਾ ਸਾਕ ਸੰਬੰਧੀ ਨਹੀਂ ਰਹੇ, ਸਭ ਮਤਲਬ ਦੇ ਰਿਸ਼ਤੇ ਨੇ। ਇਹ ਗੱਲ ਹਮੇਸ਼ਾ ਯਾਦ ਰੱਖਿਓ। ਹੋ ਸਕਦਾ ਕਿਸੇ ਨੂੰ ਇਹ ਗੱਲ ਪਚੇ ਨਾ, ਪਰ ਪਚਾਉਣ ਦਾ ਯਤਨ ਕਰਿਓ। ਤੁਹਾਨੂੰ ਪਤਾ ਜਿੰਨੇ ਵੀ ਦੁਨੀਆ ਦੇ ਰਿਸ਼ਤੇ ਜੁੜੇ ਹੋਏ ਨੇ ਨਾ, ਇਹ ਸਾਰੇ ਰਿਸ਼ਤੇ ਸੁੱਖ ਦੇ ਰਿਸ਼ਤੇ ਨੇ। ਭਰਾ ਨੂੰ ਉਨੀ ਦੇਰ ਤੱਕ ਭਰਾ ਸਮਝੇਗਾ ਜਿੰਨੀ ਦੇਰ ਤੱਕ ਉਹਦੇ ਵਿੱਚੋਂ ਸੁੱਖ ਮਿਲ ਰਿਹਾ। ਪਰ ਜੇ ਭਰਾ 'ਚੋਂ ਸੁੱਖ ਮਿਲਣਾ ਬੰਦ ਹੋ ਗਿਆ ਨਾ, ਲੋਕੀ ਕੰਧਾਂ ਕਰ ਲੈਂਦੇ ਨੇ ਆਪਣੇ ਘਰਾਂ 'ਚ, ਪਰ ਤੂੰ ਲੱਗ ਹੋ ਗਿਆ ਮੈਂ ਲੱਗ ਹੋ ਗਿਆ। ਸੁੱਖ ਮਿਲਣਾ ਬੰਦ ਹੋ ਗਿਆ ਨਾ, ਲੱਗ ਹੋ ਜਾਂਦੇ ਨੇ। ਰਿਸ਼ਤੇਦਾਰਾਂ ਤੋਂ ਸੁੱਖ ਮਿਲ ਰਿਹਾ ਤੇ ਕਹਿੰਦੇ ਜੀ ਮੈਂ ਤੇਰਾ ਰਿਸ਼ਤੇਦਾਰ ਹਾਂ, ਆਪਾਂ ਤਾਂ ਬੜੇ ਰਿਸ਼ਤੇਦਾਰ ਆ। ਜੇ ਸੁੱਖ ਨਹੀਂ ਮਿਲ ਰਿਹਾ ਤੇ ਮੈਂ ਨਹੀਂ ਤੈਨੂੰ ਜਾਣਦਾ, ਇੰਝ ਹੀ ਹੁੰਦਾ ਨੇ ਜੀ। ਜੇ ਉਹਦੇ 'ਚੋਂ ਸੁੱਖ ਨਹੀਂ ਮਿਲ ਰਿਹਾ, ਪਤਾ ਵੀ ਉਹਦਾ ਹੁਣ ਤਾਂ ਹੱਥ ਤੰਗ, ਉਹ ਮੇਰੇ ਕਿਸੇ ਕੰਮ ਹੀ ਨਹੀਂ ਆ ਸਕਦਾ। ਤੇ ਬਹੁਤੇ ਲੋਕ ਜਿਹੜੇ ਧਰਮੀ ਨਹੀਂ ਹੁੰਦੇ, ਜਿਹੜੇ ਧਰਮੀ ਹੁੰਦੇ ਆ ਨਾ ਜੀ, ਉਹ ਦੁੱਖ ਵੇਲੇ ਵੀ ਕਦੀ ਆਪਣਿਆਂ ਦਾ ਪੱਲਾ ਨਹੀਂ ਛੱਡਦੇ, ਦੁੱਖ ਵੇਲੇ ਵੀ ਉਹਨਾਂ ਨੂੰ ਛੱਡਣਗੇ ਨਹੀਂ। ਪਰ ਦੁਨਿਆਵੀ ਲੋਕ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਭਰਾ ਭੈਣ ਨਹੀਂ ਰਹੇ ਇੱਥੇ, ਕੋਈ ਸਾਕ ਸੰਬੰਧੀ ਨਹੀਂ ਰਹੇ, ਕਿਉਂਕਿ ਰਿਸ਼ਤੇ ਜਿੰਨੇ ਵੀ ਰਿਸ਼ਤੇ ਨੇ ਮਤਲਬ ਦੇ ਰਿਸ਼ਤੇ ਨੇ, ਸੁੱਖ ਦੇ ਰਿਸ਼ਤੇ ਨੇ। ਸੁੱਖ ਮਿਲ ਰਿਹਾ ਤਾਂ ਕਹਿੰਦੇ ਜੀ ਬੜਾ ਚੰਗਾ। ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ, ਜੇ ਪੁੱਤ 'ਚੋਂ ਸੁੱਖ ਮਿਲ ਰਿਹਾ ਹੈ ਨਾ, ਤੇ ਪਿਤਾ ਵੀ ਕਹਿ ਦਿੰਦਾ ਵੀ ਇਹ ਮੇਰਾ ਪੁੱਤ ਆ। ਤੇ ਜੇ ਉਹੀ ਪੁੱਤ ਦੁੱਖ ਦਾ ਕਾਰਨ ਬਣ ਜਾਵੇ ਤੇ ਮਾਂ ਪਿਓ ਦੀ ਜ਼ਬਾਨ ਤੋਂ ਵੀ ਨਿਕਲ ਹੀ ਜਾਂਦਾ ਵੀ ਇਹਦੇ ਨਾਲੋਂ ਤਾਂ ਨਾ ਹੀ ਜੰਮਦਾ ਚੰਗਾ ਸੀ, ਨਿਕਲ ਜਾਂਦਾ ਹੈ ਨਾ। ਸੁੱਖ ਹੀ ਚਾਹੁੰਦੇ ਲੋਕ। ਮਹਾਰਾਜ ਕਹਿੰਦੇ ਵੀ ਜਿਹੜੇ ਰਿਸ਼ਤੇ ਬਣੇ ਹੀ ਸੁੱਖ ਦੇ ਨੇ, ਇਹ ਨਹੀਂ ਕਹਿੰਦੇ ਵੀ ਉੱਥੇ ਜ਼ਿੰਮੇਵਾਰੀਆਂ ਨਾ ਸਮਝ, ਜ਼ਿੰਮੇਵਾਰੀਆਂ ਸਾਂਭ। ਧਰਮੀ ਲੋਕ ਕਦੀ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਦੇ, ਹਮੇਸ਼ਾ ਯਾਦ ਰੱਖਿਓ। ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਹਾਰਾਜ ਕਹਿੰਦੇ ਜੇ ਤੂੰ ਜ਼ਿੰਮੇਵਾਰੀਆਂ ਤੋਂ ਭੱਜ ਕੇ ਧਰਮ ਕਮਾਉਣ ਨਿਕਲੇ ਨਾ, ਤੇਰੇ ਗੁਰੂ ਨੇ ਤੇਰਾ ਧਰਮ ਪ੍ਰਵਾਨ ਨਹੀਂ ਕਰਨਾ, ਤੇਰੇ ਗੁਰੂ ਨੇ ਤੇਰੀ ਪੂਜਾ ਪ੍ਰਵਾਨ ਨਹੀਂ ਕਰਨੀ, ਤੇਰੇ ਗੁਰੂ ਨੇ ਤੇਰੀ ਸੇਵਾ ਪ੍ਰਵਾਨ ਨਹੀਂ ਕਰਨੀ। ਜੇ ਤੂੰ ਦੁਨਿਆਵੀ ਜ਼ਿੰਮੇਵਾਰੀਆਂ ਤੋਂ ਭੱਜ ਗਿਆ, ਦੁਨਿਆਵੀ ਜ਼ਿੰਮੇਵਾਰੀਆਂ ਸਾਂਭਣੀਆਂ ਨੇ, ਪਰ ਸਰਨੀ ਕੇਵਲ ਪਰਮਾਤਮਾ ਦੇ ਨਾਮ ਦੇ ਆਉਣਾ ਹੈ। ਜੇ ਟਿਕਾ ਮਿਲੇਗਾ ਤੇ ਕੇਵਲ ਪਰਮਾਤਮਾ ਦੇ ਨਾਮ ਤੋਂ ਮਿਲੇਗਾ। ਸਾਧੋ ਰਾਮ ਸਰਨ ਬਿਸਰਾਮਾ। ਮਹਾਰਾਜ ਕਹਿੰਦੇ ਰਾਮ ਦੀ ਸ਼ਰਨੀ ਆਇਆ, ਪਰਮਾਤਮਾ ਦੇ ਨਾਮ ਦੀ ਸ਼ਰਨੀ ਆਇਆ ਹੀ ਅੰਦਰ ਦਾ ਟਿਕਾ ਮਿਲੇਗਾ। ਸਾਧੋ ਰਾਮ ਸਰਨ ਬਿਸਰਾਮਾ। ਤੇ ਹਮੇਸ਼ਾ ਨਾ ਜੀ ਆਸਰਾ ਵੀ ਉਹਦਾ ਹੀ ਲੈਣਾ ਚਾਹੀਦਾ ਹੈ ਜਿਹੜਾ ਸਾਨੂੰ ਸਹਾਰਾ ਦੇਣ ਦੇ ਸਮਰੱਥ ਹੋਵੇ। ਅਸੀਂ ਕਹਿੰਦੇ ਹਾਂ ਜੀ ਮੇਰਾ ਫਲਾਣਾ ਰਿਸ਼ਤੇਦਾਰ ਤਾਂ ਮੇਰਾ ਬੜਾ ਚੰਗਾ ਸਹਾਰਾ ਹੈ, ਕਿਉਂਕਿ ਕਈ ਕਹਿ ਸਕਦੇ ਮੇਰੇ ਤੇ ਦੁੱਖ ਵੀ ਆ ਜਾਵੇ ਨਾ ਤਾਂ ਵੀ ਉਹ ਮੇਰਾ ਸਾਥ ਨਹੀਂ ਛੱਡਦਾ, ਇੰਨਾ ਪੱਕਾ ਮਿੱਤਰ ਹੈ ਮੇਰਾ। ਪਰ ਸਤਿਗੁਰੂ ਜੀ ਨਾ ਸਾਨੂੰ ਬੜੀ ਦੂਰ ਦੀ ਦ੍ਰਿਸ਼ਟੀ ਨਾਲ ਦਿਖਾਉਂਦੇ ਨੇ। ਕਹਿੰਦੇ ਹੋ ਸਕਦਾ ਕੋਈ ਤੇਰਾ ਪੱਕਾ ਮਿੱਤਰ ਵੀ ਹੋਵੇ, ਮਾਫ਼ ਕਰ ਦਿਓ ਸਕੀ ਮਾਂ ਵੀ ਹੋਵੇ। ਜਦੋਂ ਮੁਸ਼ਕਲ, ਜਦੋਂ ਮੌਤ ਆਏਗੀ ਨਾ ਜੀ, ਇਹ ਰਿਸ਼ਤੇ ਸਾਰੇ ਉਨੀ ਦੇਰ ਤੱਕ ਆ ਜਦੋਂ ਤੱਕ ਸਰੀਰ ਆ ਜੀ। ਜਿਸ ਦਿਨ ਮੌਤ ਆਈ ਨਾ, ਰਿਸ਼ਤੇਦਾਰਾਂ ਨੇ ਵੀ ਸਿਵਿਆਂ ਤੱਕ ਛੱਡ ਕੇ ਆ ਜਾਣਾ, ਉਸ ਤੋਂ ਅੱਗੇ ਨਹੀਂ ਉਹ ਸਹਾਰਾ ਬਣ ਸਕਣਗੇ। ਤੇ ਮਹਾਰਾਜ ਕਹਿੰਦੇ ਪਰਮਾਤਮਾ ਦਾ ਨਾਮ ਉੱਥੇ ਵੀ ਸਹਾਰਾ ਬਣੇਗਾ ਜਿੱਥੇ ਤੇਰੇ ਸਾਕ ਸੰਬੰਧੀ ਵੀ ਨਹੀਂ ਪਹੁੰਚ ਸਕਦੇ। ਸਾਧੋ ਰਾਮ ਸਰਨ ਬਿਸਰਾਮਾ। ਮਹਾਰਾਜ ਦਾ ਬਚਨ ਫਿਰ ਸੁਣਿਓ, ਅਣਦਿਨ ਸਿਮਰੋ ਤਾਸ ਕੋ ਜੋ ਅੰਤ ਸਹਾਈ ਹੋਏ, ਇਹ ਵਿਖਿਆ ਦਿਨ 4-6 ਛਾੜ ਚੱਲਿਓ ਸਭ ਕੋਏ। ਇਹ ਜਿਹੜਾ ਮਾਇਆ ਦਾ ਆਸਰਾ ਲਈ ਫਿਰਦਾ ਹੈ ਨਾ, ਇਹ ਬਸ 10 ਕੁ ਦਿਨਾਂ ਦੀ ਖੇਡ ਆ, ਇੱਕ ਦਿਨ ਛੱਡ ਜਾਣਾ। ਇਹਨੇ ਸਹਾਰਾ ਨਹੀਂ ਰਹਿਣਾ, ਸਦੀਵੀ ਸਹਾਰਾ ਨਹੀਂ ਰਹਿਣਾ ਤੇਰਾ। ਮਹਾਰਾਜ ਇਸੇ ਕਰਕੇ ਕਹਿੰਦੇ ਪਤਾ ਕਿਹਦਾ ਸਹਾਰਾ ਲੈ? ਉਹਦਾ ਸਹਾਰਾ ਲੈ ਜਿਹੜਾ ਅਨਾਥਾਂ ਦਾ ਨਾਥ ਹੈ। ਅਧਰੰਗ ਧਰੰਗ ਧਾਰਨ ਹੈ। ਮਹਾਰਾਜ ਕਹਿੰਦੇ ਅਧਰੰਗ ਦਾ ਭਾਵ ਜਿਹਦਾ ਕੋਈ ਵੀ ਨਾ ਹੋਵੇ ਨਾ ਜੀ, ਉਹਦਾ ਪਰਮਾਤਮਾ ਆਸਰਾ ਹੁੰਦਾ ਹੈ। ਜਿਹਦਾ ਕੋਈ ਵੀ ਆਸਰਾ ਨਾ ਹੋਵੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪਹੀਨ, ਕਿਛ ਸਾਕ ਨਾ ਸਿੰਨਾ। ਹੋ ਸਕਦਾ ਤੇਰਾ ਕੋਈ ਰਿਸ਼ਤੇਦਾਰ ਨਹੀਂ, ਹੋ ਸਕਦਾ ਤੇਰੀ ਉੱਚੀ ਕੁੱਲ ਨਹੀਂ, ਹੋ ਸਕਦਾ ਤੇਰੇ ਕੋਲ ਉੱਚੀ ਕੋਠੀ ਨਹੀਂ, ਹੋ ਸਕਦਾ ਤੇਰੇ ਕੋਲ ਉੱਚੀ ਪਦਵੀ ਨਹੀਂ, ਪਰ ਤੂੰ ਪਰਮਾਤਮਾ ਦੀ ਸ਼ਰਣੀ ਆਈ। ਜੇ ਤੂੰ ਪਰਮਾਤਮਾ ਦੀ ਸ਼ਰਣੀ ਆ ਗਿਆ ਨਾ, ਤੇ ਇਹ ਗੁਰੂ ਤੈਨੂੰ ਨਿਵਾਜੇਗਾ। ਨਿਵਾਜਿਆ
ਭਗਤ ਰਵਿਦਾਸ ਨੂੰ ਉਸ ਪਰਮਾਤਮਾ ਦੇ ਨਾਮ ਨੇ। ਹੁਣ ਉਹਨਾਂ ਕੋਲ ਦੁਨਿਆਵੀ ਤੌਰ 'ਤੇ ਕੀ ਸੀ? ਦੁਨਿਆਵੀ ਤੌਰ 'ਤੇ ਕੱਖਾਂ ਦੀ ਕੁੱਲੀ 'ਚ ਰਹਿਣ ਵਾਲੇ ਸੀ ਨਾ, ਜੋੜੇ ਗੰਢ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਸੀ। ਕੀ ਸੀ ਉਹਨਾਂ ਕੋਲ? ਪਰ ਅੱਜ ਉਸੇ ਭਗਤ ਰਵਿਦਾਸ ਨੂੰ ਅਸੀਂ ਮੱਥਾ ਟੇਕਦੇ ਹਾਂ। ਭਾਈ ਸਾਹਿਬ ਮੱਥਾ ਟੇਕ ਰਹੇ ਨੇ, ਦੇਖੋ ਉਸ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ ਆਪਾਂ, ਜਿਹਦੇ ਵਿੱਚ ਭਗਤ ਰਵਿਦਾਸ ਜੀ ਬਿਰਾਜਮਾਨ ਨੇ। ਅਤੇ ਅਸੀਂ ਆਮ ਤੌਰ 'ਤੇ ਜੀ ਉਹਦੇ ਅੱਗੇ ਝੁਕਦੇ ਹਾਂ। ਵਕਤ ਦੀ ਗੱਲ ਕਰੀਏ ਨਾ ਜੀ, ਵਕਤ ਵੇਲੇ ਸਮੇਂ ਦੇ ਅਧੀਨ ਅਸੀਂ ਉਹਦੇ ਅੱਗੇ ਝੁਕਦੇ ਹਾਂ। ਜੇ ਉਹਦੇ ਕੋਲ ਕੋਈ ਉੱਚੀ ਪਦਵੀ ਆ, ਮਾਫ਼ ਕਰ ਦਿਓ, ਇੱਥੇ ਕੋਈ ਗਰੀਬੜਾ ਜਿਹਾ ਬੰਦਾ ਹੋਵੇ ਨਾ ਜੀ, ਉਹਦੇ ਵੱਲ ਕੋਈ ਪਿੱਠ ਕਰਕੇ ਬਹਿ ਜਾਊਗਾ। ਕੋਈ ਚੌਧਰੀ ਆ ਜਾਏ, ਸਾਰਾ ਪਿੰਡ ਭੱਜਾ ਜਾਊ, ਆ ਗਿਆ ਜੀ ਚੌਧਰੀ ਆ ਗਿਆ। ਇਸੇ ਕਰਕੇ ਗੁਰੂ ਰਾਮਦਾਸ ਨੇ ਕਿਹਾ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਸਾਧੋ ਰਾਮ ਸਰਨ ਬਿਸਰਾਮਾ। ਇਸ ਪ੍ਰਕਰਨ 'ਤੇ ਰਹਿਣਾ ਇਹ ਮਨੁੱਖ, ਪਰਮਾਤਮਾ ਦੇ ਨਾਮ ਦੀ ਸ਼ਰਣੀ ਆ, ਫੇਰ ਹੀ ਟਿਕਾ ਮਿਲੇਗਾ। ਗੁਰੂ ਰਾਮਦਾਸ ਕਹਿੰਦੇ, ਮੈਂ ਪਰਮਾਤਮਾ ਦੇ ਨਾਮ ਦੀ ਸ਼ਰਣੀ ਆਇਆ ਹਾਂ। ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸ ਹੀ ਧੜਾ ਕੀਆ ਕੁੜਮ ਸਕੈ ਨਾਲ ਜਵਾਈ, ਕਿਸ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ। ਪਰ ਗੁਰੂ ਸਾਹਿਬ ਕਹਿੰਦੇ, ਹਮਾਰਾ ਧੜਾ ਹਰ ਰਿਹਾ ਸਮਾਈ। ਮੈਂ ਕਿਸੇ ਚੌਧਰੀ ਨੂੰ ਸਹਾਰਾ ਨਹੀਂ ਬਣਾਇਆ, ਮੈਂ ਕਿਸੇ ਸਾਕ ਸੰਬੰਧੀ ਨੂੰ ਸਹਾਰਾ ਨਹੀਂ ਬਣਾਇਆ, ਕਿਉਂਕਿ ਜੇ ਮੈਂ ਉਹਨਾਂ ਨੂੰ ਸਹਾਰਾ ਬਣਾ ਲਿਆ ਤੇ ਅੱਜ ਉਹ ਮੇਰੇ ਨਾਲ ਨੇ, ਕੀ ਪਤਾ ਕੱਲ੍ਹ ਨੂੰ ਛੱਡ ਜਾਣ। ਮੈਂ ਤਾਂ ਉਹਨੂੰ ਸਹਾਰਾ ਬਣਾਉਣਾ ਜਿਹੜਾ ਸਦੀਵੀ ਸਹਾਰਾ ਹੁੰਦਾ ਹੈ। ਮਹਾਰਾਜ ਕਹਿੰਦੇ, ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ। ਕਿਸੇ ਨੇ ਸਹਾਰਾ ਬਣਾ ਲਿਆ ਆਪਣੇ ਮਿੱਤਰ ਨੂੰ, ਕਿਸੇ ਨੇ ਸਹਾਰਾ ਬਣਾ ਲਿਆ ਆਪਣੇ ਪੁੱਤਰ ਧੀਆਂ ਨੂੰ, ਕਿਸੇ ਨੇ ਸਹਾਰਾ ਬਣਾ ਲਿਆ ਆਪਣੇ ਪਰਿਵਾਰ ਨੂੰ, ਕਿਸੇ ਨੇ ਸਹਾਰਾ ਬਣਾ ਲਿਆ ਪਿੰਡ ਦੇ ਸਰਪੰਚ ਨੂੰ। ਮੇਰੀ ਤਾਂ ਉਹਦੇ ਨਾਲ ਬਣਦੀ ਆ ਜੀ, ਮੈਂ ਹੁਣ ਕਿਸੇ ਨੂੰ ਜਾਣਦਾ ਹੀ ਨਹੀਂ। ਹੁੰਦਾ ਨਾ ਜੀ ਇਸ ਤਰ੍ਹਾਂ, ਵੱਡੇ ਚੌਧਰੀ ਨਾਲ ਬਣਦੀ ਹੋਵੇ ਨਾ ਜੀ, ਬੰਦਾ ਕਿਸੇ ਨੂੰ ਪੁੱਛਦਾ ਨਹੀਂ। ਪਰ ਗੁਰੂ ਰਾਮਦਾਸ ਕਹਿੰਦੇ, ਮੇਰੀ ਕਿਸੇ ਚੌਧਰੀ ਨਾਲ ਬਣਦੀ ਹੋਵੇ ਚਾਹੇ ਨਾ ਬਣਦੀ ਹੋਵੇ, ਮੈਂ ਕਿਸੇ ਚੌਧਰੀ ਦਾ ਸਹਾਰਾ ਨਹੀਂ ਲਿਆ, ਮੈਨੂੰ ਕਿਸੇ ਸਾਕ ਸੰਬੰਧੀ ਦਾ ਸਹਾਰਾ ਨਹੀਂ। ਮੈਂ ਤਾਂ ਕੇਵਲ ਇੱਕ ਪਰਮਾਤਮਾ ਦੇ ਨਾਮ ਦੀ ਸ਼ਰਣੀ ਆਇਆ, ਸਾਧੋ ਰਾਮ ਸਰਨ ਬਿਸਰਾਮਾ। ਕਬੀਰ ਸਾਹਿਬ ਦਾ ਇੱਕ ਹੋਰ ਬਚਨ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਇਹ ਅਹਿਸਾਸ ਹੋਵੇ ਕਿ ਅੰਦਰ ਦਾ ਟਿਕਾ ਤਾਂ ਕੇਵਲ ਪਰਮਾਤਮਾ ਦੇ ਨਾਮ ਦੀ ਸ਼ਰਣੀ ਆਇਆ ਹੀ ਮਿਲਣਾ ਜੇ। ਕਹਿੰਦੇ ਨੇ ਵੀ ਕਬੀਰ ਸਾਹਿਬ ਨਾ ਜੀ ਸੰਧਿਆ ਵੇਲੇ ਬੈਠੇ ਨੇ ਚੌਂਕੜਾ ਮਾਰ ਕੇ, ਅਤੇ ਉਹਨਾਂ ਨੂੰ ਨਾ ਕਿਸੇ ਦੇ ਰੋਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਦਾ ਵੇਲਾ ਕੋਈ ਰੋ ਰਿਹਾ, ਖੋਜਣ ਦਾ ਯਤਨ ਕੀਤਾ, ਇੱਧਰ ਉੱਧਰ ਦੇਖਿਆ ਵੀ ਰੋ ਕੌਣ ਰਿਹਾ, ਵੇਖਾ ਤਾਂ ਸਹੀ ਰੋਂਦਾ ਕੌਣ ਪਿਆ। ਥੋੜ੍ਹੀ ਦੂਰ ਗਏ ਅਤੇ ਕਹਿੰਦੇ ਵੀ ਇਹ ਦੇਖਿਆ ਵੀ ਇਹ ਰੋਣ ਦੀ ਆਵਾਜ਼ ਨਾ ਜੀ ਕਿਸੇ ਮੰਦਿਰ 'ਚੋਂ ਆ ਰਹੀ ਹੈ। ਵੀ ਸੋਚਿਆ ਵੀ ਇੰਨਾ ਸੋਹਣਾ ਅਸਥਾਨ ਹੋਵੇ ਅਤੇ ਉੱਥੋਂ ਕਿਸੇ ਦੇ ਰੋਣ ਦੀ ਆਵਾਜ਼। ਕਬੀਰ ਸਾਹਿਬ ਤੁਰਦੇ ਗਏ ਮੰਦਿਰ ਕੋਲ ਪਹੁੰਚ ਗਏ। ਮੰਦਿਰ ਦੇ ਅੰਦਰ ਪ੍ਰਵੇਸ਼ ਕੀਤਾ ਅਤੇ ਕੀ ਦੇਖਿਆ ਵੀ ਇਹ ਰੋਣ ਦੀ ਆਵਾਜ਼ ਪਤਾ ਕੀ ਸੀ? ਇੱਕ ਪੁਜਾਰੀ ਆਪਣੇ ਮੂੰਹ ਤੋਂ ਸ਼ੰਖ ਵਜਾ ਰਿਹਾ ਸੀ, ਅਤੇ ਇਹ ਰੋਣ ਦੀ ਆਵਾਜ਼ ਕੀ ਸੀ? ਉਹ ਸ਼ੰਖ ਦੇ ਵੱਜਣ ਦੀ ਆਵਾਜ਼ ਸੀ। ਸਿਰਫ ਸਮਝਾਉਣ ਵਾਸਤੇ ਇੱਕ ਉਦਾਹਰਨ ਲੈਂਦੇ ਨੇ ਸਾਧ ਸੰਗਤ। ਕਬੀਰ ਸਾਹਿਬ ਨੇ ਪੁੱਛ ਲਿਆ, ਕਹਿਣ ਲੱਗੇ, ਹੇ ਸ਼ੰਖ, ਤੈਨੂੰ ਕੀ ਦੁੱਖ ਹੈ? ਇੰਨੇ ਸੋਹਣੇ ਥਾਂ 'ਤੇ ਤੂੰ ਰਹਿੰਦਾ ਹੈ, ਆ ਦੇਖ ਤੈਨੂੰ ਵਜਾ ਕੇ ਉਸ ਪੁਜਾਰੀ ਨੇ ਤੈਨੂੰ ਨਿਰਮਲ ਜਲ ਦੇ ਨਾਲ ਧੋਤਾ ਹੈ, ਤੇਰੀ ਸੇਵਾ ਹੁੰਦੀ ਹੈ, ਸੋਹਣੇ ਰੇਸ਼ਮ ਦੇ ਕੱਪੜੇ ਦੇ ਵਿੱਚ ਤੈਨੂੰ ਲਪੇਟ ਕੇ ਰੱਖਿਆ ਜਾਂਦਾ ਹੈ, ਅਤੇ ਕਿਸੇ ਨੂੰ ਇੰਨੀਆਂ ਸਹੂਲਤਾਂ ਮਿਲੀਆਂ ਹੋਣ, ਕਿਸੇ ਦੀ ਇੰਨੀ ਸਾਂਭ ਸੰਭਾਲ ਕੀਤੀ ਜਾਂਦੀ ਹੋਵੇ, ਉਹ ਵੀ ਰੋਵੇ, ਉਹ ਵੀ ਤੜਫੇ, ਇਹ ਗੱਲ ਪਚਦੀ ਨਹੀਂ। ਤੂੰ ਰੋਂਦਾ ਕਿਉਂ ਪਿਆ? ਇੰਨਾ ਤਾਂ ਤੈਨੂੰ ਸੁੱਖ ਮਿਲਿਆ, ਇੰਨੀਆਂ ਤਾਂ ਤੈਨੂੰ ਸਹੂਲਤਾਂ। ਅਤੇ ਤੁਹਾਨੂੰ ਪਤਾ ਉਸ ਸੰਖ ਨੇ ਕੀ ਜਵਾਬ ਦਿੱਤਾ? ਇਹ ਬਚਨ ਗੁਰਬਾਣੀ ਵਿੱਚ ਆਉਂਦਾ ਜੀ, ਸਿਰਫ ਸਮਝਾਉਣ ਵਾਸਤੇ। ਦੇਖੋ ਜਿਹਨੇ ਸਮਝਾਉਣਾ ਹੈ ਨਾ ਜੀ, ਉਹ ਕੁਦਰਤ 'ਚੋਂ ਸਮਝਾਏਗਾ। ਕਦੀ ਗੁਰੂ ਨਾਨਕ ਸਾਹਿਬ ਸਰੋਵਰ ਦੇ ਨਾਲ ਗੱਲਾਂ ਕਰਦੇ, ਪੱਬਰ ਤੂੰ ਹਰੀਆਵਲਾ ਕਵਲਾ ਕੰਚਨ ਵਨ, ਇਹ ਸਰੋਵਰ ਤੂੰ ਸੜ ਕਿਉਂ ਗਿਆ ਹੈ? ਸਰੋਵਰ ਦੇ ਨਾਲ ਗੱਲਾਂ ਕਰਕੇ ਸਮਝਾਉਂਦੇ ਨੇ। ਸਮਝਾਉਣ ਦੇ ਤਰੀਕੇ ਆ ਗੁਰੂ ਸਾਹਿਬ ਦੇ। ਕਬੀਰ ਸਾਹਿਬ ਕਹਿੰਦੇ, ਇਹ ਸੰਖ ਤੈਨੂੰ ਤਾਂ ਇੰਨੀਆਂ ਸਹੂਲਤਾਂ ਮਿਲੀਆਂ, ਤੂੰ ਕਿਉਂ ਰੋਂਦਾ ਪਿਆ ਹੈ? ਅਤੇ ਸੰਖ ਨੇ ਪਤਾ ਕੀ ਜਵਾਬ ਦਿੱਤਾ? ਕਹਿਣ ਲੱਗਾ, ਭਗਤ ਜੀ, ਭਾਵੇਂ ਮੇਰੇ ਕੋਲ ਸਹੂਲਤਾਂ ਬੜੀਆਂ ਨੇ, ਪਰ ਇਹ ਨਾ ਸਮਝ ਬੈਠਿਓ ਵੀ ਮੈਨੂੰ ਅੰਦਰ ਦਾ ਟਿਕਾ ਮਿਲ ਗਿਆ। ਮੇਰਾ ਅਸਲਾ ਹੈ ਸਮੁੰਦਰ। ਉਹ ਸੰਖ ਕਹਿੰਦਾ, ਮੇਰਾ ਅਸਲਾ ਸਮੁੰਦਰ, ਕਿਉਂਕਿ ਮੈਂ ਸਮੁੰਦਰ 'ਚੋਂ ਬਣਿਆ। ਸੰਖ ਸਮੁੰਦਰ 'ਚੋਂ ਬਣਦੇ ਨੇ ਜੀ। ਕਹਿੰਦਾ ਮੈਂ ਸਮੁੰਦਰ 'ਚੋਂ ਬਣਿਆ, ਅਤੇ ਜਿੰਨੀ ਦੇਰ ਤੱਕ ਮੈਂ ਸਮੁੰਦਰ ਦੇ ਵਿੱਚ ਸੀ ਮੈਂ ਬੜਾ ਖੁਸ਼ ਸੀ, ਮੈਂ ਕਦੀ ਰੋਇਆ ਨਹੀਂ ਸੀ। ਇੱਕ ਦਿਨ ਐਸਾ ਆਇਆ
ਲਹਿਰ ਆਈ, ਉਸ ਲਹਿਰ ਨੇ ਮੈਨੂੰ ਸਮੁੰਦਰ ਤੋਂ ਵਿਛੋੜ ਦਿੱਤਾ। ਮੈਂ ਕੰਢੇ 'ਤੇ ਆਣ ਡਿੱਗਾ ਅਤੇ ਕੰਢੇ ਤੋਂ ਮੈਨੂੰ ਕੋਈ ਮਨੁੱਖ ਚੱਕ ਕੇ ਲੈ ਆਇਆ ਅਤੇ ਅੱਜ ਮੈਨੂੰ ਇਸ ਮੰਦਰ ਵਿੱਚ ਲੈ ਆਏ। ਭਾਵੇਂ ਮੇਰੀ ਸੰਭਾਲ ਬੜੀ ਕੀਤੀ ਜਾਂਦੀ ਆ, ਭਾਵੇਂ ਮੈਨੂੰ ਸੋਹਣੇ ਕੱਪੜਿਆਂ 'ਚ ਰੱਖਿਆ ਜਾਂਦਾ ਹੈ, ਪਰ ਇਹ ਨਾ ਸਮਝ ਬੈਠਿਓ ਵੀ ਮੈਂ ਬੜਾ ਖੁਸ਼ ਹਾਂ। ਮੈਂ ਸੱਚ ਦੱਸਾਂ, ਮੈਂ ਸਭ ਤੋਂ ਦੁਖੀ ਹਾਂ। ਮੈਂ ਬੜਾ ਦੁਖੀ ਜਾਂ ਭਲਾ ਕਿਉਂ ਦੁਖੀ ਹਾਂ? ਮੈਂ ਉਸ ਦਿਨ ਤੋਂ ਦੁਖੀ ਹਾਂ ਜਿਸ ਦਿਨ ਤੋਂ ਮੈਂ ਆਪਣੇ ਅਸਲੇ ਸਮੁੰਦਰ ਨਾਲੋਂ ਵਿਛੜ ਗਿਆ। ਅਤੇ ਕਬੀਰ ਸਾਹਿਬ ਕਹਿੰਦੇ ਨੇ, ਹੇ ਸੰਖ, ਤੈਨੂੰ ਇਹ ਗੱਲ ਸਮਝ ਪੈ ਗਈ, ਕਿਤੇ ਇਹ ਗੱਲ ਦੁਨੀਆ ਵੀ ਸਮਝ ਜਾਵੇ। ਜੇ ਅਸਲੇ ਸਮੁੰਦਰ ਤੋਂ ਵਿਛੜ ਕੇ ਸਹੂਲਤਾਂ 'ਚ ਰਹਿ ਕੇ ਵੀ ਸੰਖ ਰੋਂਦਾ ਪਿਆ ਹੈ, ਇਹ ਸੱਚ ਜਾਣਿਓ ਪਰਮਾਤਮਾ ਨਾਲੋਂ ਟੁੱਟ ਕੇ ਤੁਸੀਂ ਸੋਹਣੇ ਗਦੇਲਿਆਂ 'ਤੇ ਵੀ ਪੈਂਦੇ ਹੋ, ਅੰਦਰ ਦਾ ਟਿਕਾ ਤੁਹਾਨੂੰ ਮਿਲ ਹੀ ਨਹੀਂ ਸਕਦਾ। ਤੜਫਦੇ ਰਹੋਗੇ, ਤੜਫਦੇ ਰਹੋਗੇ। ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ, ਦੇਵਲ ਦੇਵਲ ਧਾਵਹੀ ਦੇਸਹਿ ਉਗਵਤ ਸੂਰ। ਕਹਿੰਦੇ ਜਿਵੇਂ ਇੱਕ ਸੰਖ ਸਮੁੰਦਰ ਤੋਂ ਵਿਛੜ ਕੇ ਕੁਰਲਾਉਂਦਾ ਹੈ ਨਾ, ਜਿਹੜਾ ਮਨੁੱਖ ਪਰਮਾਤਮਾ ਦੇ ਨਾਮ ਤੋਂ ਟੁੱਟ ਗਿਆ, ਪਰਮਾਤਮਾ ਦੇ ਨਾਮ ਦੀ ਸ਼ਰਣੀ ਨਹੀਂ ਆਇਆ ਨਾ, ਉਹ ਭਾਵੇਂ ਵੱਡੀਆਂ ਕੋਠੀਆਂ 'ਚ ਵੀ ਰਹਿੰਦਾ ਹੋਵੇ, ਅੰਦਰ ਦਾ ਸੁੱਖ ਨਹੀਂ ਮਿਲਣਾ, ਕਿਉਂਕਿ ਸੁੱਖ ਤਾਂ ਪਰਮਾਤਮਾ ਦੀ ਸ਼ਰਣੀ ਆਇਆ ਹੀ ਮਿਲਣਾ ਹੈ। ਸਾਧੋ ਰਾਮ ਸਰਨ ਬਿਸਰਾਮਾ। ਮਹਾਰਾਜ ਕਹਿੰਦੇ ਪਰਮਾਤਮਾ ਦੇ ਨਾਮ ਦੀ ਸ਼ਰਣੀ ਆਇਆ ਹੀ ਤੈਨੂੰ ਸਦੀਵੀ ਸੁੱਖ ਮਿਲਣਾ ਹੈ। ਔਰ ਤੁਸੀਂ ਥੋੜ੍ਹਾ ਜਿਹਾ ਮੈਂ ਇਤਿਹਾਸ ਦੇ ਵਿੱਚੋਂ ਵੀ ਮਦਦ ਲੈਣੀ ਚਾਹੁੰਦਾ ਹੈ। ਜਿਹੜੇ ਪਰਮਾਤਮਾ ਦੇ ਨਾਮ ਦੀ ਸ਼ਰਣੀ ਆ ਗਏ ਨਾ, ਕਿਉਂਕਿ ਅਸੀਂ ਨਾ ਇਹ ਗੱਲਾਂ ਬੜੀਆਂ ਨੋਰਮਲ ਜਿਹੀਆਂ ਸਮਝ ਲੈਂਦੇ ਹਾਂ। ਮਹਾਰਾਜ ਨੇ ਐਵੇਂ ਨਹੀਂ ਗੱਲ ਕਹੀ, ਸਾਧੋ ਰਾਮ ਸਰਨ ਬਿਸਰਾਮਾ। ਆਹ ਹੁਣ ਜਿਹੜੇ ਪਾਤਸ਼ਾਹ ਇਹ ਗੱਲ ਕਰਦੇ ਪਏ ਨੇ, ਗੁਰੂ ਤੇਗ ਬਹਾਦਰ ਸਾਹਿਬ, ਸਾਧੋ ਰਾਮ ਸਰਨ ਬਿਸਰਾਮਾ। ਹੇ ਮਨੁੱਖ, ਪਰਮਾਤਮਾ ਦੇ ਨਾਮ ਦੀ ਸ਼ਰਣੀ ਆਇਆ ਹੀ ਅੰਦਰ ਟਿਕਾ ਮਿਲਣਾ ਹੈ। ਅਤੇ ਨਾਮ ਦੀ ਸ਼ਰਣੀ ਆਇਆ ਉਹ ਟਿਕਾ ਮਿਲਦਾ ਹੈ ਜਿਹੜਾ ਟਿਕਾ ਨਾ ਜੀ ਆਰੇ ਵੀ ਖੋ ਨਹੀਂ ਸਕਦੇ, ਜਿਹੜਾ ਟਿਕਾ ਤੱਤੀਆਂ ਤਵੀਆਂ ਨਹੀਂ ਖੋ ਸਕਦੀਆਂ। ਆ ਜਿਹੜਾ ਕੋਠੀਆਂ 'ਚੋਂ ਸੁੱਖ ਮਿਲਦਾ ਨਾ ਜੀ, ਅਸੀਂ ਕਹਿੰਦੇ ਲੈ ਜੀ ਮੈਂ ਬੜਾ ਬੱਸ ਦੇ ਵਿੱਚ ਨਾ ਬੜੇ ਸਫ਼ਰ 'ਚੋਂ ਆਇਆ ਸੀ, ਆ ਹੁਣ ਮੈਂ ਸੋਹਣੇ ਗੱਦੇ 'ਤੇ ਪੈ ਗਿਆ, ਟਿਕਾ ਮਿਲ ਗਿਆ। ਉਹ ਭਲਿਆ 2 ਮਿੰਟ ਦਾ ਟਿਕਾ ਹੁਣੇ 5 ਮਿੰਟਾਂ ਬਾਅਦ ਤੇਰਾ ਉਸੇ ਵੇਲੇ ਲੱਕ ਵੀ ਦੁਖਦਾ ਹੋਣਾ ਜੀ, ਮੈਂ ਤਾਂ ਸੌਂ ਕੇ ਥੱਕ ਗਿਆ। ਟਿਕਾ ਜਾ ਨਹੀਂ ਮਿਲਦਾ। ਇਹ ਟਿਕਾ ਕੋਈ ਸਦੀਵੀ ਨਹੀਂ ਹੈਗੇ, 2 ਮਿੰਟ ਹੈਗੇ, 2 ਮਿੰਟਾਂ ਬਾਅਦ ਇਹ ਟਿਕਾ ਖਤਮ ਹੋ ਜਾਣੇ। ਆ ਨੌਜਵਾਨਾਂ ਨੂੰ ਬੇਨਤੀ, ਧਿਆਨ ਰੱਖੋ ਇੱਧਰ। ਅਸੀਂ ਦੇਖੋ ਸੰਗਤ ਵਿੱਚ ਆਏ ਆ ਨਾ ਜੀ, ਜੁੜ ਜਾਓ। ਸਾਧੂ ਰਾਮ ਸਰਨ ਬਿਸਰਾਮਾ। ਟਿਕਾ ਦੀ ਗੱਲ ਕਰਦੇ ਆ ਨਾ, ਪਹਿਲਾਂ ਸਰੀਰ ਨੂੰ ਹੀ ਟਿਕਾ ਲਈਏ ਅਸੀਂ, ਮਨ ਤਾਂ ਬਾਅਦ ਵਿੱਚ ਟਿਕੇਗਾ। ਮਸਕੀਨ ਸਾਹਿਬ ਨਾ ਅਕਸਰ ਇੱਕ ਗੱਲ ਕਰਦੇ ਹੁੰਦੇ ਨੇ, ਕਹਿੰਦੇ ਕਈਆਂ ਦਾ ਨਾ ਜੀ ਪਾਠ ਕਰਦੇ ਆ, ਮਨ ਤਾਂ ਦੂਰ ਦੀ ਗੱਲ, ਤਨ ਹੀ ਨਹੀਂ ਟਿਕਦਾ। ਅਤੇ ਦੋਨਾਂ 'ਚ ਸੌਖਾ ਕੰਮ ਪਤਾ ਕਿਹੜਾ ਹੈ? ਮਨ ਅਤੇ ਤਨ ਦੇ ਵਿੱਚ ਟਿਕਾਉਣਾ ਕਿਹੜੀ ਚੀਜ਼ ਸੌਖੀ ਦੱਸੋ ਭਲਾ? ਇੱਕ ਪਾਸੇ ਮਨ ਟਿਕਾਉਣਾ, ਇੱਕ ਪਾਸੇ ਤਨ ਟਿਕਾਉਣਾ ਹੈ। ਸੌਖਾ ਕਿਹੜਾ? ਸਰੀਰ ਟਿਕਾਉਣਾ ਜ਼ਿਆਦਾ ਸੌਖਾ ਹੈ ਨਾ, ਕਿਉਂਕਿ ਵੱਡੇ ਵੱਡੇ ਪਖੰਡੀ ਵੀ ਐਂ 'ਚ ਚੌਂਕੜਾ ਮਾਰ ਕੇ ਦਿਖਾ ਦੇਣਗੇ ਮੈਂ ਤਾਂ ਟਿਕਿਆ ਹੋਇਆ। ਮਨ ਭਾਵੇਂ ਉਹਦਾ ਭੱਜਾ ਫਿਰਦਾ। ਤਨ ਟਿਕਾਉਣਾ ਸੌਖਾ ਜੇ। ਅਤੇ ਮਸਕੀਨ ਸਾਹਿਬ ਅਕਸਰ ਕਹਿੰਦੇ ਹੁੰਦੇ ਨੇ, ਜਿਹੜੀ ਚੀਜ਼ ਸੌਖੀ ਆ ਨਾ ਬੰਦੇ ਤੋਂ, ਜੇ ਉਹ ਨਹੀਂ ਹੋ ਰਹੀ ਔਖੀ, ਤਾਂ ਇਹਦੇ ਤੋਂ ਕਿੱਥੇ ਹੋਣੀ ਆ? ਫਿਰ ਜੇ ਤਨ ਨਹੀਂ ਟਿਕਦਾ ਪਿਆ, ਮਨ ਕਿੱਥੇ ਟਿਕਣਾ ਇਹਦੇ ਤੋਂ? ਜੇ ਪਾਠ ਕਰਦੇ ਇਹਦੇ ਤੋਂ ਇੱਕ ਚੌਂਕੜੇ 'ਚ ਨਹੀਂ ਬੈਠਾ ਜਾ ਰਿਹਾ, ਅਤੇ ਮਨ ਤਾਂ ਪਤਾ ਨਹੀਂ ਫਿਰ ਕਿੱਥੇ ਕਿੱਥੇ ਉਡਾਰੀਆਂ ਮਾਰਨ ਦਿਆ ਹੋਵੇਗਾ। ਟਿਕਾ 'ਚ ਆਉਣਾ। ਸਾਧੋ ਰਾਮ ਸਰਨ ਬਿਸਰਾਮਾ। ਇਹ ਟਿਕਾ ਪਰਮਾਤਮਾ ਦੇ ਸ਼ਰਣੀ ਆਇਆ ਹੀ ਆਉਣਾ ਜੇ। ਅਤੇ ਇਹ ਟਿਕਾ ਉਹ ਹੁੰਦਾ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਟਿਕਾ ਦੀ ਗੱਲ ਕਰਨ ਦੇ ਪਏ ਨੇ ਨਾ, ਉਹਨਾਂ ਦਾ ਸੀਸ ਕਲਮ ਕਰ ਦਿੱਤਾ ਗਿਆ। ਉਹਨਾਂ ਦੇ ਅੰਦਰ ਦਾ ਟਿਕਾ ਫਿਰ ਵੀ ਖਤਮ ਨਹੀਂ ਜੇ ਹੋਇਆ। ਨਿੱਕੀ ਜੀ ਸਾਖੀ ਮੈਂ ਉਸੇ ਘਟਨਾ ਦੀ ਸੁਣਾਉਣੀ ਚਾਹੁੰਦਾ ਹੈ। ਭਾਈ ਮਤੀ ਦਾਸ ਆ, ਬੱਚੇ ਬੈਠੇ, ਭਾਈ ਮਤੀ ਦਾਸ ਨੂੰ ਸ਼ਹੀਦ ਕਿਵੇਂ ਕੀਤਾ ਗਿਆ ਸੀ? ਬੱਚੇ ਪਤਾ ਤੁਹਾਨੂੰ ਭਾਈ ਮਤੀ ਦਾਸ ਸ਼ਹੀਦ ਕਿਵੇਂ ਹੋਏ ਸੀ? ਕੋਈ ਬੱਚਾ ਤੁਸੀਂ ਦੱਸੋ ਬੱਚਿਓ, ਭਾਈ ਮਤੀ ਦਾਸ ਜੀ ਸ਼ਹੀਦ ਕਿਵੇਂ ਹੋਏ ਸੀ? ਇੱਥੇ ਕਿਸੇ ਨੂੰ ਵੀ ਪਤਾ ਹੋਵੇ? ਨੌਜਵਾਨੋ ਤੁਸੀਂ ਦੱਸ ਦਿਓ ਬੋਲ ਕੇ। ਭਾਈ ਮਤੀ, ਅਸੀਂ ਦੱਸੋ ਭਾਈ ਮਤੀ ਦਾਸ ਜੀ ਸ਼ਹੀਦ ਕਿਵੇਂ ਹੋਏ ਸੀ? ਕੋਈ ਗੱਲ ਨਹੀਂ, ਬੋਲ ਕੇ ਦੱਸ ਦਿਓ ਜੋ ਵੀ ਪਤਾ। ਦੇਖੋ ਸਾਡੀ ਸਫਲਤਾ ਉਸ ਦਿਨ ਆ ਬੱਚੇ ਨਾ ਕੀਰਤਨ ਕਰਦੇ ਨੇ, ਮੈਂ ਤਾਂ ਅਕਸਰ ਇਹਨਾਂ ਨੂੰ ਕਹਿਣਾ ਹੁੰਦਾ, ਤੁਹਾਨੂੰ ਪਤਾ ਉਸ ਦਿਨ ਅਸੀਂ ਸਫਲ ਹੋ ਗਏ ਜਿਸ ਦਿਨ ਕਥਾ ਕਰਨ ਲਈ ਸਾਨੂੰ ਨਹੀਂ ਜਾਣਾ ਪੈਣਾ। ਇਹ ਬੱਚੇ ਜ਼ਿੰਮੇਵਾਰੀ ਸਾਂਭਣਗੇ। ਅੱਜ ਸਾਨੂੰ ਨਾਲ ਆਉਣਾ ਪੈਂਦਾ ਹੈ ਵੀ ਬੱਚੇ ਡਿਸਪਲਿਨ 'ਚ ਰਹਿਣ, ਕਿਤੇ ਉੱਥੇ ਗੱਲਾਂ ਨਾ ਮਾਰਨ। ਸਫਲਤਾ ਉੱਦਾਂ ਨਾ ਜਿੱਦਣ ਇਹ ਬੱਚੇ ਖੁਦ ਸੁਚੇਤ ਹੋ ਗਏ। ਤੁਹਾਨੂੰ ਪਤਾ ਆ ਬੜੀ ਚੰਗੀ ਗੱਲ ਆ ਜੀ, ਸੋਹਣੇ ਗੁਰਦੁਆਰੇ ਬਣਾਉਣੇ,
ਸੋਹਣੇ ਅਸਥਾਨ ਬਣਾਓ, ਬਹੁਤ ਚੰਗੀ ਗੱਲ ਆ, ਪਰ ਇਹ ਹਮੇਸ਼ਾ ਮਨ ਕਰਕੇ ਇਹ ਦ੍ਰਿੜ ਰੱਖਿਓ ਗੱਲ ਕਿ ਹਰ ਪ੍ਰਬੰਧਕ ਉਦਣ ਸਫਲ ਹੋਣਗੇ ਜਿਸ ਦਿਨ ਉਹਨਾਂ ਦੇ ਪਿੰਡ ਦੇ ਬੱਚਿਆਂ ਨੂੰ ਇਤਿਹਾਸ ਤੇ ਗੁਰੂ ਦੀ ਗੱਲ ਪਤਾ ਹੋਵੇਗੀ। ਸਫਲਤਾ ਸਾਡੀ ਉਦਣ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ ਸ਼ਹੀਦ ਕੀਤਾ ਗਿਆ। ਕਿਵੇਂ ਸ਼ਹੀਦ ਕੀਤਾ ਗਿਆ? ਆਰੇ ਸਾਰੇ ਕਿਵੇਂ, ਤੁਸੀਂ ਵੀ ਦੱਸੋ ਬੋਲ ਕੇ, ਸੰਗਣਾ ਨਹੀਂ ਆਪਾਂ, ਕਿਵੇਂ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ? ਆਰੇ ਨਾਲ ਚੀਰ ਕੇ। ਉੱਪਰ ਸੰਗ ਦੇਖੋ ਉਸ ਵਕਤ ਦਾ। ਕਹਿੰਦੇ ਨੇ ਭਾਈ ਮਤੀ ਦਾਸ ਨੂੰ ਬੰਨਿਆ ਇਸ ਤਰ੍ਹਾਂ, ਦੋ ਹੱਥ ਬੰਨ੍ਹ ਤੇ ਜੀ, ਤੇ ਜਲਾਦ ਆ ਕੇ ਪੁੱਛਦਾ ਹੈ ਵੀ ਹਜੇ ਵੀ ਮੌਕਾ ਤੈਨੂੰ ਬਚਣ ਦਾ, ਕਹਿ ਦੇ ਵੀ ਮੈਂ ਗੁਰੂ ਦਾ ਸਿੱਖ ਨਹੀਂ। ਸ਼ਾਇਦ ਤੁਹਾਨੂੰ ਪਤਾ ਹੋਵੇ ਇੱਕ ਕਹਾਵਤ ਬੜੀ ਪ੍ਰਚਲਿਤ ਆ, ਨਾ ਤਿੰਨਾਂ ਚੋਂ ਤੇ ਨਾ 13 ਚੋਂ। ਭਲਾ ਇਹ ਪ੍ਰਚਲਿਤ ਕਿਉਂ? ਇਹ ਕਹਾਵਤ ਕਿੱਥੋਂ ਬਣੀ? ਇੱਕ ਪਾਸੇ ਦੇਖੋ, ਅਸੀਂ ਕਿਸੇ ਮੁਰਸ਼ਦ ਦੀ ਨਿੰਦਿਆ ਨਹੀਂ ਕਰਦੇ। ਈਸਾ ਮਸੀਹ ਜੀ ਵੀ ਬੜੇ ਵੱਡੇ ਪੈਗੰਬਰ ਸਨ, ਸਜਦਾ ਹੈ ਉਹਨਾਂ ਨੂੰ ਵੀ, ਪਰ ਇਹ ਕਹਾਵਤ ਪ੍ਰਚਲਿਤ ਇਉਂ ਹੋਈ, ਕਹਿੰਦੇ ਨੇ ਵੀ ਈਸਾ ਮਸੀਹ ਜੀ ਵੀ ਜੇ ਚੜ੍ਹਦੀ ਕਲਾ ਵਾਲੇ ਸਨ ਨਾ, ਉਹਨਾਂ ਦੇ 13 ਚੇਲੇ ਸਨ, ਤੇ ਜਦੋਂ ਈਸਾ ਮਸੀਹ ਜੀ ਨੂੰ ਸ਼ਹੀਦ ਕਰਨ ਲੱਗੇ ਨੇ ਨਾ, ਉਹਨਾਂ ਦੇ ਚੇਲਿਆਂ ਨੂੰ ਪੁੱਛਿਆ ਗਿਆ, ਤੁਸੀਂ ਮੰਨਦੇ ਹੋ ਵੀ ਤੁਸੀਂ ਈਸਾ ਮਸੀਹ ਦੇ ਚੇਲੇ ਹੋ? ਉਹਨਾਂ ਨੂੰ ਪਤਾ ਸੀ ਵੀ ਜੇ ਤਾਂ ਅਸੀਂ ਮੰਨ ਲਿਆ ਇਹਨਾਂ ਦੇ ਨਾਲ ਸਾਨੂੰ ਵੀ ਖਤਮ ਕਰ ਦੇਣਗੇ। ਉਸੇ ਵਕਤ ਬੋਲ ਕੇ ਕਹਿ ਦਿੱਤਾ ਵੀ ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ। ਉਹ 13 ਚੇਲੇ ਕਹਿੰਦੇ ਅਸੀਂ ਤਾਂ ਇਹਨਾਂ ਨੂੰ ਜਾਣਦੇ ਹੀ ਨਹੀਂ। ਤੇ ਹੁਣ ਤਿੰਨਾਂ ਦੀ ਗੱਲ ਕਰੀਏ, ਗੁਰੂ ਤੇਗ ਬਹਾਦਰ ਸਾਹਿਬ ਨਾਲ 3 ਸਿੱਖ ਸਨ। ਕਿਹੜੇ ਸਨ? ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ। ਉਹਨਾਂ ਨੂੰ ਵੀ ਪੁੱਛਿਆ ਗਿਆ, ਮੰਨਦੇ ਹੋ ਤੁਸੀਂ ਸਿੱਖ ਹੋ? ਜੇ ਕਹਿ ਦਿਓ ਵੀ ਅਸੀਂ ਨਹੀਂ ਸਿੱਖ, ਤੇ ਤੁਹਾਨੂੰ ਪਤਾ ਪੂਰਾ ਇਤਿਹਾਸ ਪੜਚੋਲ ਕੇ ਦੇਖ ਲਿਓ, ਜ਼ਾਲਮਾਂ ਦਾ ਇਹ ਜ਼ੋਰ ਲੱਗ ਗਿਆ ਵੀ ਬਸ ਇੱਕ ਵਾਰੀ ਕਹਿ ਦੇਣ ਵੀ ਅਸੀਂ ਸਿੱਖ ਨਹੀਂ, ਬਸ ਆਹ ਗੱਲ ਸੁਣਨ ਵਾਸਤੇ ਨਾ ਇਹਨਾਂ ਜ਼ਾਲਮਾਂ ਦੇ ਕੰਨ ਤਰਸ ਗਏ। ਉਹਨਾਂ ਤਿੰਨਾਂ ਨੂੰ ਵੀ ਪੁੱਛਿਆ, ਮੰਨਦੇ ਹੋ ਤੁਸੀਂ ਸਿੱਖ ਹੋ? ਤੇ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਬੰਦ ਕੱਟ ਦਿਓ, ਅਸੀਂ ਤਾਂ ਲਲਕਾਰ ਕੇ ਕਵਾਂਗੇ ਅਸੀਂ ਆਪਣੇ ਗੁਰੂ ਦੇ ਸਿੱਖ ਹਾਂ, ਅਸੀਂ ਤਾਂ ਲਲਕਾਰ ਕੇ ਕਵਾਂਗੇ। ਤੇ ਇਹ ਕਹਾਵਤ ਪ੍ਰਚਲਿਤ ਹੋ ਗਈ ਵੀ ਨਾ ਤਿੰਨਾਂ ਚੋਂ ਨਾ 13 ਚੋਂ। ਜਦੋਂ ਤਿੰਨਾਂ ਦੀ ਗੱਲ ਆਈ, ਭਾਵ ਉਹ ਜਿਹੜੇ ਪੂਰੇ ਗੁਰੂ ਨਾਲ ਜੁੜੇ ਹੋਏ ਨੇ, ਮੁਸ਼ਕਲ ਵੀ ਆ ਗਈ ਤਾਂ ਵੀ ਗੁਰੂ ਦਾ ਦਰ ਨਹੀਂ ਛੱਡਣਗੇ, ਉਹ 3 ਤੇ 13 ਉਹ ਜਿਹੜੇ ਮੁਸ਼ਕਲ ਆਉਣ ਤੇ ਕਹਿ ਦਿੰਦੇ ਵੀ ਇਹ ਸਾਡਾ ਗੁਰੂ ਹੀ ਨਹੀਂ। ਤੇ ਜਿਨ੍ਹਾਂ ਵਾਸਤੇ ਪ੍ਰਚਲਿਤ ਹੋਇਆ ਵੀ ਨਾ ਤਿੰਨਾਂ ਚੋਂ ਨਾ 13 ਚੋਂ, ਇਹ ਭਾਵੇਂ ਕਿੰਨਾਂ ਵਾਸਤੇ ਪ੍ਰਚਲਿਤ ਹੋਇਆ? ਦੋਗਲਿਆਂ ਵਾਸਤੇ, ਜਿਹੜੇ ਨਾ ਤਾਂ ਇਹ ਕਹਿਣ ਨੂੰ ਤਿਆਰ ਵੀ ਅਸੀਂ ਨਹੀਂ ਸਿੱਖ, ਪਰ ਸਿੱਖ ਬਣਨਾ ਵੀ ਨਹੀਂ। ਐਵੇਂ ਦਿਆਂ ਦੀ ਭੀੜ ਬੜੀ ਬਣ ਗਈ ਜੇ। ਉਂਝ ਕਹਿਣਗੇ ਵੀ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ, ਤੇ ਜੇ ਗੁਰੂ ਨਾਨਕ ਕਹਿਣ ਵੀ ਇੱਕ ਤੋਂ ਬਿਨਾਂ ਝੁਕੀ ਨਾ ਉਂਝ ਗੁਰੂ ਨਾਨਕ ਦਾ ਸਿੱਖ ਹਾਂ, ਪਰ ਮੈਂ ਕਬਰ ਤੇ ਵੀ ਮੱਥਾ ਟੇਕਣਾ, ਨਾ ਤਿੰਨਾਂ ਚੋਂ ਨਾ 13 ਚੋਂ। ਉਂਝ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਪਰ ਮੈਂ ਉਹ ਥਾਂ ਵੀ ਨਹੀਂ ਛੱਡਣੀ, ਨਾ ਤਿੰਨਾਂ ਚੋਂ ਨਾ 13 ਚੋਂ। ਮੈਂ ਉਹ ਡੇਰਾ ਵੀ ਨਹੀਂ ਛੱਡਣਾ, ਨਾ ਤਿੰਨਾਂ ਚੋਂ ਨਾ 13 ਚੋਂ। ਵੀ ਇਹ ਵੀ ਨਹੀਂ ਮੰਨਣਾ ਵੀ ਮੈਂ ਗੁਰੂ ਦਾ ਸਿੱਖ ਨਹੀਂ, ਤੇ ਕੰਮ ਵੀ ਕਰਨੇ ਆ ਗੈਰ ਸਿੱਖਾਂ ਵਾਲੇ, ਮਨਮੁੱਖਾਂ ਵਾਲੇ। ਅਸੀਂ ਕਿੰਨਾਂ ਚੋਂ? ਅਸੀਂ ਤਿੰਨਾਂ ਚੋਂ ਆ ਕਿ 13 ਚੋਂ ਆ, ਕਿ ਨਾ ਤਿੰਨਾਂ ਚੋਂ ਨਾ 13 ਚੋਂ? ਅਸੀਂ ਕਿੰਨਾਂ ਚੋਂ? ਇਹ ਅਹਿਸਾਸ ਕਰਕੇ ਜਾਣਾ। ਅਸੀਂ ਕੇਵਲ ਭੇਖੀ ਨਾ ਬਣ ਕੇ ਰਹਿ ਜਾਈਏ। ਭਾਈ ਮਤੀ ਦਾਸ ਜੀ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਕਹਿ ਦਿਓ ਵੀ ਅਸੀਂ ਸਿੱਖ ਨਹੀਂ। ਭਾਈ ਮਤੀ ਦਾਸ ਕਹਿੰਦੇ ਜੋ ਕਰਨਾ ਕਰ ਲਿਓ, ਅਸੀਂ ਤਾਂ ਲਲਕਾਰ ਕੇ ਕਵਾਂਗੇ ਅਸੀਂ ਤਾਂ ਗੁਰੂ ਦੇ ਸਿੱਖ ਹਾਂ। ਇਸ ਗੱਲ ਤੇ ਜ਼ੋਰ ਪਾਇਆ ਉਹ ਸਾਧੂ ਰਾਮ ਸਰਨ ਵਿਸਰਾਮਾ। ਤੇ ਕਹਿੰਦੇ ਵੀ ਫਿਰ ਆਖਰੀ ਇੱਛਾ ਹੈ ਕੋਈ, ਮੰਗੋ ਕੀ ਮੰਗਣਾ? ਭਾਈ ਮਤੀ ਦਾਸ ਕਹਿੰਦੇ ਹਾਂ ਇੱਕ ਚੀਜ਼ ਮੰਗਾਂਗਾ, ਜੇ ਕੁਝ ਦੇ ਸਕਦੇ ਹੋ ਨਾ ਇੱਕ ਚੀਜ਼ ਮੰਗਾਂਗਾ। ਹੁਣ ਤੁਸੀਂ ਸੋਚੋ, ਏਡੇ ਮਹਾਨ ਗੁਰਸਿੱਖ ਤੇ ਉਹ ਵੀ ਮੰਗਣ ਵਾਲੇ ਪਾਸੇ ਆ ਗਏ। ਕੀ ਮੰਗਿਆ ਹੋਏਗਾ ਭਲਾ ਭਾਈ ਮਤੀ ਦਾਸ ਨੇ? ਪੁੱਛਿਆ ਜਲਾਦ ਨੇ ਕੀ ਮੰਗੋਗੇ? ਤੇ ਭਾਈ ਮਤੀ ਦਾਸ ਪਤਾ ਕੀ ਕਹਿੰਦੇ? ਕਹਿੰਦੇ ਹੋਰ ਕੋਈ ਮੰਗ ਨਹੀਂ, ਬਸ ਇੱਕ ਆਹ ਮੰਗ ਮੰਗਦੇ ਆ, ਜਦੋਂ ਤੁਸੀਂ ਮੇਰੇ ਸੀਸ ਤੇ ਆਰਾ ਚਲਾਓ ਨਾ, ਮੇਰੇ ਗੁਰੂ ਦਾ ਮੁੱਖ ਮੇਰੇ ਵੱਲ ਹੋਵੇ ਤੇ ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਬਸ ਇਹੀ ਕੁਝ ਮੰਗਦਾ ਹਾਂ, ਇਹਦੇ ਤੋਂ ਬਿਨਾਂ ਮੇਰੀ ਹੋਰ ਕੋਈ ਮੰਗ ਨਹੀਂ। ਕਿਤੇ ਸਾਡੇ ਅੰਦਰ ਇਹ ਮੰਗ ਆ ਜਾਵੇ, ਗੁਰੂ ਸਾਹਿਬ ਜੀ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਮੋਤੀ ਤਾਂ ਮੰਦਰ ਉਸ ਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ, ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾ ਆਵੇ ਨਾਓ। ਬਸ ਤੇਰਾ ਨਾਮ ਨਾ ਭੁੱਲੇ ਹੋ, ਜੋ ਹੋਰ ਜੋ ਕੁਝ ਮਰਜ਼ੀ ਭੁੱਲ ਜਾਏ, ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਕਿਉਂਕਿ ਇਹ ਗੱਲ ਕੌਣ ਕਹਿ ਸਕਦੇ ਨੇ? ਇਹ ਉਹੀ ਕਹਿ ਸਕਦੇ ਨੇ ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗ ਗਈ, ਸਾਧੋ
ਰਾਮ ਸਰਨ ਬਿਸਰਾਮਾ। ਮਹਾਰਾਜ ਕਹਿੰਦੇ ਨੇ, ਹੇ ਭਾਈ, ਤੈਨੂੰ ਅੰਦਰ ਦਾ ਸੁੱਖ ਕੇਵਲ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਮਿਲਣਾ ਹੈ। ਪਰ ਅਣਜਾਣ ਬੰਦਾ ਨਹੀਂ ਸਮਝਦਾ। ਅਚੇਤ ਮੂੜਾ ਨਾਜ ਅਨੰਤ, ਘਟੰਤ ਸਾਸਾ ਨਿਤ ਪ੍ਰਤੇ, ਸ਼ਿਜੰਤ ਮਹਾ ਸੁੰਦਰੀ ਕਾਇਆ, ਕਾਲ ਕੰਨਿਆ ਗਰਾਸਤੇ, ਰਚੰਤ ਪੁਰਖੈ ਕੁਟੰਬ ਲੀਲਾ, ਅਣਤ ਆਸਾ ਵਿਖਿਆ ਬਿਨੋਦ, ਭ੍ਰਮਤ ਭ੍ਰਮਤ ਬਹੁ ਜਨਮ ਹਾਰਿਓ, ਸਰਨ ਨਾਨਕ ਕਰੁਣਾਮਯ ਹੈ ਸਾਧੋ, ਰਾਮ ਸਰਨ ਬਿਸਰਾਮਾ। ਕਤੰਚ ਮਾਤਾ ਕਤੰਚ ਪਿਤਾ, ਕਤੰਚ ਬਣਤਾ ਬਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ, ਕਤੰਚ ਮੋਹ ਕੁਟੰਬਿਆ ਤੇ, ਕਤੰਚ ਚਪਲ ਮੋਹਣੀ ਰੂਪੰ, ਪੇਖੰਤੇ ਤਿਆਗੰ ਕਰੋਤ, ਰਹੰਤ ਸੰਗ ਭਗਵਾਨ ਸਿਮਰਨ, ਨਾਨਕ ਲਬਧਿਅੰ ਅਚੁੱਤ ਤਨਹਿ ਸਾਧੋ, ਰਾਮ ਸਰਨ ਬਿਸਰਾਮਾ। ਅਧਰੰ ਧਰੰ ਧਾਰਨ ਹੈ, ਨਿਰਧਨੰ ਧਨ ਨਾਮ ਨਰਹਰ ਹੈ, ਅਨਾਥ ਨਾਥ ਗੋਬਿੰਦ ਹੈ, ਬਲਹੀਨ ਬਲ ਕੇਸਵ ਹੈ, ਸਰਬ ਭੂਤ ਦਇਆਲ ਅਚੁੱਤ, ਦੀਨ ਬਾਂਧਵ ਦਾਮੋਦਰ ਹੈ, ਸਰਬੱਗ ਪੂਰਨ ਪੁਰਖ ਭਗਵਾਨ ਹੈ, ਭਗਤ ਵਸ਼ਲ ਕਰੁਣਾਮਯ ਹੈ, ਘਟ ਘਟ ਬਸੰਤ ਵਾਸੁਦੇਵ ਹੈ, ਪਾਰ ਬ੍ਰਹਮ ਪਰਮੇਸ਼ਵਰ ਹੈ, ਜਾ ਚੰਤ ਨਾਨਕ ਕਿਰਪਾਲ ਪ੍ਰਸਾਦੰ, ਨਹਿ ਬਿਸਰੰਤ ਨਾਰਾਇਣ ਹੈ ਸਾਧੋ, ਰਾਮ ਸਰਨ ਬਿਸਰਾਮਾ। ਹੇ ਮਨੁੱਖ, ਇਹ ਗੱਲ ਚੰਗੀ ਤਰ੍ਹਾਂ ਸਮਝ ਲੈ ਕਿ ਅੰਦਰ ਦਾ ਟਿਕਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਮਿਲਣਾ ਹੈ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ, ਹੇ ਪ੍ਰਮਾਤਮਾ ਕਿਰਪਾ ਕਰੀ, ਤੇਰਾ ਨਾਮ ਨਾ ਵਿਸਰ ਜਾਵੇ। ਇਹ ਪੰਕਤੀ ਦੁਬਾਰਾ ਪੜ੍ਹੋ ਜੀ। ਸਾਧੋ ਰਾਮ ਸਰਨ ਬਿਸਰਾਮਾ। ਸਾਧੋ ਰਾਮ ਸਰਨ ਬਿਸਰਾਮਾ। ਹੇ ਭਲੇ ਮਨੁੱਖ, ਇਹ ਗੱਲ ਸਮਝ ਲੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਟਿਕਾ ਨਹੀਂ ਮਿਲਣਾ। ਜਿਹੜੇ ਉਹਦੀ ਸ਼ਰਨੀ ਆਏ ਉਹ ਤੱਤੀਆਂ ਤਵੀਆਂ ਤੇ ਬੈਠ ਕੇ ਵੀ ਟਿਕੇ ਨੇ, ਵਿਸ਼ਰਾਮ 'ਚ ਨੇ, ਆਨੰਦ 'ਚ ਨੇ। ਜਿਹੜੇ ਉਹਦੀ ਸ਼ਰਨੀ ਆਏ ਉਹਨਾਂ ਦੇ ਸੀਸ ਤੇ ਆਰਾ ਚੱਲਦਾ ਪਿਆ, ਉਹ ਤਾਂ ਵੀ ਟਿਕਾ ਦੇ ਵਿੱਚ ਨੇ। ਜਿਹੜੇ ਉਹਦੀ ਸ਼ਰਨੀ ਆਏ ਉਹਨਾਂ ਨੂੰ ਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ, ਉਹ ਤਾਂ ਵੀ ਟਿਕਾ ਦੇ ਵਿੱਚ ਨੇ। ਜਿਹੜੇ ਉਹਦੀ ਸ਼ਰਨੀ ਆਏ ਉਹਨਾਂ ਦੇ ਬੰਦ ਕੱਟ ਦਿੱਤੇ, ਉਹ ਤਾਂ ਵੀ ਟਿਕਾ 'ਚ ਨੇ। ਅਤੇ ਜਿਹੜੇ ਉਹਦੇ ਸ਼ਰਨੀ ਨਹੀਂ ਆਏ ਉਹ ਗਦੇਲਿਆਂ 'ਚ ਬੈਠ ਕੇ ਵੀ ਤੜਫਦੇ ਪਏ ਨੇ। ਜਿਹੜੇ ਉਹਦੀ ਸ਼ਰਨੀ ਨਹੀਂ ਆਏ ਉਹ ਕੋਠੀਆਂ 'ਚ ਬੈਠ ਕੇ ਵੀ ਤੜਫਦੇ ਪਏ ਨੇ। ਜਿਹੜੇ ਉਹਦੀ ਸ਼ਰਨੀ ਨਹੀਂ ਆਏ ਉਹ ਲਗਜ਼ਰੀ ਗੱਡੀਆਂ 'ਚ ਘੁੰਮਦਿਆਂ ਵੀ ਤੜਫਦੇ ਪਏ ਨੇ। ਜਿਹੜੇ ਉਹਦੀ ਸ਼ਰਨੀ ਨਹੀਂ ਆਏ ਉਹਨਾਂ ਕੋਲ ਕਰੋੜਾਂ ਬੈਲੈਂਸ ਹੋਵੇ, ਉਹ ਤਾਂ ਵੀ ਤੜਫਦੇ ਪਏ ਨੇ। ਕਿਉਂ? ਕਿਉਂਕਿ ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਚੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਇਆ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇੱਕ ਕੋਲਾ ਕਾਲਾ ਪਿਆ ਹੋਇਆ ਜੀ, ਤੇ ਸਿਆਣਿਆਂ ਨੇ ਜ਼ੋਰ ਲਾ ਲਿਆ, ਸਾਬਣ ਨਾਲ ਧੋਤਾ ਪੂਰਾ ਵੀ ਇਹਨੂੰ ਲਿਸ਼ਕਾ ਦੀ, ਇਹਨੂੰ ਰੰਗ ਦੇ ਦਈਏ। ਸੋਹਣੇ ਸੋਹਣੇ ਰੰਗ ਉਹਦੇ ਤੇ ਚੜਾਏ, ਪਰ ਉਹਦੀ ਕਾਲਖ ਨਾ ਮਿਟੀ। ਤੇ ਕਿਸੇ ਸਿਆਣੇ ਨੂੰ ਪੁੱਛ ਲਿਆ ਵੀ ਭਾਈ ਇੰਨਾ ਉੱਦਮ ਕਰ ਲਿਆ, ਇਹਦੀ ਤਾਂ ਕਾਲਖ ਮਿਟਦੀ ਨਹੀਂ ਪਈ। ਤੇ ਉਹ ਕਹਿੰਦਾ, ਭਲੇ ਉਹ ਕੌਣ ਸਮਝਾਵੇ ਤੁਹਾਨੂੰ, ਇਹਦੀ ਕਾਲਖ ਇੰਜ ਮਿਟਣੀ ਵੀ ਨਹੀਂ। ਇਹ ਕੋਲਾ ਜਿਹਦੇ ਤੋਂ ਬਣਿਆ ਹੈ ਨਾ, ਅੱਗ ਤੋਂ ਬਣਿਆ ਨਾ, ਅੱਗ ਦੇ ਨਾਲ ਲਾ ਕੇ ਦੇਖੋ, ਵੇਖੋ ਕਿਵੇਂ ਸੂਹਾ ਰੰਗ ਇਹਨੂੰ ਚੜ੍ਹਦਾ ਜੇ। ਸਾਬਣ ਲਾਲਾ ਧੋਤਾ ਕੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾੜ ਰੰਗਣ ਸੀ ਚੜਿਆ, ਰੰਗ ਨਾ ਉਸ ਵਟਾਇਆ, ਵਿਛੜ ਕੇ ਕਾਲਖ ਸੀ ਆਈ। ਪਹਿਲਾਂ ਇਹ ਤਾਂ ਦੇਖੋ ਵੀ ਦੁੱਖ ਆਇਆ ਕਿਉਂ, ਇਹਨੂੰ ਕਾਲਖ ਆਈ ਕਿਉਂ? ਆਪਣੇ ਅਸਲੇ ਤੋਂ ਵਿਛੜ ਕੇ ਆਈ ਜੇ, ਤੇ ਜਿਹਦੇ ਤੋਂ ਵਿਛੜਿਆ ਹੈ, ਜਿਹਦੇ ਤੋਂ ਵਿਛੜ ਕੇ ਇਹ ਕਾਲਖ ਆਈ ਆ, ਉਹਦੇ ਨਾਲ ਲਾ ਕੇ ਤਾਂ ਦੇਖੋ ਕਿਵੇਂ ਸੂਹਾ ਰੰਗ ਨਿਕਲਦਾ ਏ। ਮਨੁੱਖ ਸਮਝਦਾ ਹੈ ਵੀ ਮੇਰੇ ਕੋਲ ਦੌਲਤ ਨਹੀਂ, ਮੈਂ ਤਾਂ ਦੁਖੀ ਆ, ਮੇਰੇ ਕੋਲ ਕੋਠੀ ਨਹੀਂ, ਮੈਂ ਤਾਂ ਦੁਖੀ ਆ। ਗੁਰੂ ਸਾਹਿਬ ਕਹਿੰਦੇ, ਭਲਿਆ ਕਦੀ ਦੁੱਖ ਦਾ ਕਾਰਨ ਤਾਂ ਸਮਝ ਲੈ। ਦੁੱਖ ਪਦਾਰਥਾਂ ਦਾ ਨਾ ਹੋਣਾ ਨਹੀਂ। ਜੇ ਪਦਾਰਥਾਂ ਦਾ ਨਾ ਹੋਣਾ ਹੀ ਦੁੱਖ ਹੁੰਦਾ ਤੇ ਪਦਾਰਥਾਂ ਦਾ ਹੋਣਾ ਸੁੱਖ ਹੁੰਦਾ, ਫਿਰ ਕੋਠੀਆਂ 'ਚ ਰਹਿਣ ਵਾਲਿਆਂ ਨੇ ਕਦੀ ਰੋਣਾ ਨਹੀਂ ਸੀ, ਰੋਂਦੇ ਦੇਖੇ ਨੇ। ਜੇ ਪਦਾਰਥ ਹੀ ਸੁੱਖ ਹੁੰਦੇ, ਫਿਰ ਗੱਡੀਆਂ 'ਚ ਘੁੰਮਣ ਵਾਲਿਆਂ ਨੇ ਕਦੀ ਰੋਣਾ ਨਹੀਂ ਸੀ, ਰੋਂਦੇ ਦੇਖੇ ਨੇ ਆਪਾਂ। ਤੇ ਕੱਖਾਂ ਦੀ ਕੁੱਲੀ 'ਚ ਬੈਠੇ ਵੀ ਹੱਸਦੇ ਦੇਖੇ ਨੇ ਆਪਾਂ। ਭਗਤ ਰਵਿਦਾਸ ਮਹਾਰਾਜ ਕਹਿੰਦੇ ਨੇ, ਦੁੱਖ ਦਾ ਕਾਰਨ ਰੱਬ ਤੋਂ ਟੁੱਟ ਜਾਣਾ, ਸੁੱਖ ਦਾ ਕਾਰਨ ਰੱਬ ਨਾਲ ਜੁੜ ਜਾਣਾ। ਸਾਧੋ ਰਾਮ ਸਰਨ ਬਿਸਰਾਮਾ। ਹੇ ਮਨੁੱਖ, ਇਹ ਗੱਲ ਸਮਝ ਲੈ ਕਿ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੀ ਤੈਨੂੰ ਟਿਕਾ ਮਿਲੇਗਾ। ਵੇਦ ਪੁਰਾਨ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਤੇ ਮਹਾਰਾਜ ਕਹਿੰਦੇ, ਇਹ ਧਾਰਮਿਕ ਗ੍ਰੰਥ ਪੜ੍ਹਨ ਦਾ ਲਾਭ ਤਾਂ ਹੀ ਹੈ ਜੇ ਪਰਮਾਤਮਾ ਦੇ ਨਾਮ ਨੂੰ ਸਿਮਰੇਗਾ। ਹੁਣ ਮੇਰੇ ਵਰਗੇ ਗਿਆਨੀ
ਸਿਰਫ ਦਿਖਾਉਣ ਵਾਸਤੇ, ਸੋਭਾ ਲੈਣ ਵਾਸਤੇ, ਮਾਇਆ ਲੈਣ ਵਾਸਤੇ ਜੇ ਮੈਂ ਧਾਰਮਿਕ ਗ੍ਰੰਥ ਪੜ੍ਹਨ ਲੱਗ ਜਾਵਾਂ ਤੇ ਗੁਰੂ ਸਾਹਿਬ ਭਲਾ ਕੀ ਕਹਿੰਦੇ ਨੇ, ਪੜੀਆ ਕਵਣ ਕਮਤ ਤੁਮ ਲਾਗੇ। ਮਹਾਰਾਜ ਕਹਿੰਦੇ ਹੈ ਪੰਡਤ ਕਿਹੜੀ ਭੈੜੀ ਮੱਤ 'ਚ ਪੈ ਗਿਆ। ਮਹਾਰਾਜ ਉਹ ਤਾਂ ਪੰਡਤ ਏ, ਪੜ੍ਹਿਆ ਲਿਖਿਆ ਵਿਦਵਾਨ ਏ, ਤੁਸੀਂ ਕਹਿੰਦੇ ਭੈੜੀ ਮੱਤ 'ਚ ਪੈ ਗਿਆ। ਮਹਾਰਾਜ ਕਹਿੰਦੇ ਹਾਂ ਪੈ ਗਿਆ। ਭਲਾ ਕਿਉਂ? ਪੜੀਆ ਕਵਣ ਕਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਮਹਾਰਾਜ ਕਹਿੰਦੇ ਕੀ ਹੋਇਆ, ਤੂੰ ਪੰਡਤ ਬਣ ਗਿਆ, ਵਿਦਵਾਨ ਬਣ ਗਿਆ, ਕਥਾਵਾਚਕ ਬਣ ਗਿਆ, ਕੀਰਤਨੀਆ ਬਣ ਗਿਆ, ਡੁੱਬੇਗਾ, ਪੂਰੇ ਪਰਿਵਾਰ ਸਮੇਤ ਡੁੱਬੇਗਾ। ਮਹਾਰਾਜ ਕਿਉਂ? ਮਹਾਰਾਜ ਕਹਿੰਦੇ ਇਸ ਕਰਕੇ ਕਿਉਂਕਿ ਤੂੰ ਪ੍ਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ। ਇਹ ਧਾਰਮਿਕ ਗ੍ਰੰਥ ਪੜ੍ਹਨ ਦਾ ਵੀ ਤਾਂ ਹੀ ਫਾਇਦਾ ਜੀ ਪ੍ਰਮਾਤਮਾ ਦੀ ਸਿੱਖੀ ਨੂੰ ਧਾਰਨ ਕਰਾਂਗੇ। ਹੁਣ ਮੈਂ ਇੱਥੇ ਕੀਰਤਨ ਕਰਕੇ ਤੇ ਬਾਹਰ ਜਾ ਕੇ ਭੰਗੜੇ ਹੀ ਪਾਉਣੇ ਨੇ ਤੇ ਮੈਂ ਕਾਹਦਾ ਸਿੱਖ ਹਾਂ? ਫਿਰ ਮੈਨੂੰ ਟਿਕਾ ਕੀ ਮਿਲਣਾ? ਮੈਂ ਕਿਵੇਂ ਤਰ ਜਾਵਾਂਗਾ? ਮਾਫ਼ ਕਰ ਦਿਓ। ਜੇ ਅਸੀਂ ਇੱਥੇ ਪਾਠ ਕਰਕੇ ਬਾਹਰ ਜਾ ਕੇ ਗਾਲਾਂ ਹੀ ਕੱਢਣੀਆਂ, ਮੈਂ ਕਿਵੇਂ ਤਰ ਜਾਵਾਂਗਾ? ਜੁੜਿਆ ਤਾਂ ਹੈ ਨਹੀਂ ਪਰਮਾਤਮਾ ਦੇ ਨਾਮ ਨਾਲ ਤੂੰ। ਮਹਾਰਾਜ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ। ਪਰਮਾਤਮਾ ਦੇ ਉਸ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਤਾਂ ਹੀ ਫਾਇਦਾ ਏ, ਸਿਮਰੇ ਹਰ ਕੋ ਨਾਮਾ, ਜੇ ਪਰਮਾਤਮਾ ਦੇ ਨਾਮ ਨਾਲ ਜੁੜ ਜਾਏਗਾ। ਪੜੀਆ ਕਵਣ ਕਮਤ ਤੁਮ ਲਾਗੇ, ਬੁੱਢੋਗੇ ਪਰਿਵਾਰ ਸਕਲ ਸਿਓ ਰਾਮ ਨਾ ਜਪੋ ਅਭਾਗੇ। ਤੇ ਮਹਾਰਾਜ ਇਹ ਗੱਲ ਕਹਿੰਦੇ, ਗੁਰੂ ਨਾਨਕ ਸਾਹਿਬ ਦੇ ਨੇ ਇੱਕ ਸਾਖੀ ਵੀ ਆਉਂਦੀ ਹੈ, ਉਹਦੇ ਨਾਲ ਮੈਂ ਇਸ ਬਚਨ ਦੀ ਵਿਆਖਿਆ ਕਰਨ ਦੀ ਯਤਨ ਕਰਾਂਗਾ। ਮਹਾਰਾਜ ਕਸ਼ਮੀਰ ਗਏ ਗੁਰੂ ਨਾਨਕ ਸਾਹਿਬ, ਤੇ 2-2.5 ਸਾਲ ਪਹਿਲਾਂ ਦਾਸ ਦੀ ਇੱਕ ਪੁਸਤਕ ਵੀ ਪਬਲਿਸ਼ ਹੋਈ ਸੀ ਗੁਰੂ ਨਾਨਕ ਸਾਹਿਬ ਜੀ ਦੀ ਸਾਖੀਆਂ, ਤੇ ਉਹਦੇ ਵਿੱਚੋਂ ਇੱਕ ਸਾਖੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਸਤਿਗੁਰੂ ਕਸ਼ਮੀਰ ਗਏ ਤੇ ਉੱਥੇ ਇੱਕ ਬੜਾ ਪੜ੍ਹਿਆ ਲਿਖਿਆ ਵਿਦਵਾਨ ਪੰਡਤ, ਬੜਾ ਹੰਕਾਰ ਸੀ, ਮੈਂ ਤਾਂ ਇੰਨੇ ਧਾਰਮਿਕ ਗ੍ਰੰਥ ਪੜ੍ਹਨ ਵਾਲਾ। ਤੇ ਕਹਿੰਦੇ ਨੇ ਵੀ ਇੰਨਾ ਪੜ੍ਹਿਆ ਲਿਖਿਆ ਸੀ, ਹਰ ਵਕਤ ਆਪਣੇ ਨਾਲ ਨਾ ਜੀ 2 ਊਠ ਰੱਖਦਾ। ਉਸ ਵਕਤ ਨਾ ਜੀ ਇਹ ਪੰਡਤ ਵਿਦਵਾਨ ਪਤਾ ਕੀ ਕਰਦੇ, ਪੰਡਤ ਦਾ ਮਤਲਬ ਵਿਦਵਾਨ ਸਮਝ ਲੈਣਾ, ਕਿਸੇ ਧਰਮ ਦੀ ਕੋਈ ਅਹੁਦਾ ਨਹੀਂ ਸਮਝਣਾ ਇਹਨੂੰ। ਪੰਡਤ ਉਹ ਇਨਸਾਨ ਜਿਹੜਾ ਪੜ੍ਹਿਆ ਲਿਖਿਆ ਵਿਦਵਾਨ ਆ, ਉਹ ਕਿਸੇ ਵੀ ਧਰਮ ਦਾ ਹੋਵੇ, ਜਿਹੜਾ ਵਿਦਵਾਨ ਬੰਦਾ ਉਹ ਵਿਦਵਾਨ ਬੰਦਾ। ਤੇ ਉਸ ਵਕਤ ਦੀ ਪਤਾ ਕੀ ਰਵਾਇਤ ਸੀ ਵੀ ਜਦੋਂ ਵਿਦਵਾਨ ਦੋ ਆਪਸ 'ਚ ਬਹਿਸ ਕਰਦੇ ਸੀ ਨਾ, ਤੇ ਜਿਹੜਾ ਵਿਦਵਾਨ ਜਿੱਤ ਜਾਂਦਾ ਸੀ, ਹਾਰਨ ਵਾਲਾ ਵਿਦਵਾਨ ਉਹਨੂੰ ਆਪਣੇ ਸਾਰੇ ਗ੍ਰੰਥ ਦੇਣੇ ਪੈਂਦੇ ਸੀ ਉਹਨੂੰ। ਤੇ ਇਹ ਵਿਦਵਾਨ ਇੰਨਾ ਚਤੁਰ ਸੀ, ਇੰਨਾ ਪੜ੍ਹਿਆ ਲਿਖਿਆ ਸੀ ਕਿ ਇਹਨੇ ਬਹਿਸ ਕਰ ਕਰਕੇ ਇੰਨੇ ਗ੍ਰੰਥ ਜਿੱਤ ਲਏ ਸੀ ਕਿ ਜਿੱਥੇ ਵੀ ਜਾਂਦਾ ਨਾ 2 ਊਠ ਲੈ ਕੇ ਜਾਂਦਾ, ਤੇ ਉਹਨਾਂ 2 ਊਠਾਂ ਦੀ ਪਿੱਠ 'ਤੇ ਗ੍ਰੰਥ ਲੱਦੇ ਹੁੰਦੇ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਮੈਂ ਇਹਦੀ ਵਿਆਖਿਆ ਕਰ ਰਿਹਾ, ਉਹ ਗ੍ਰੰਥ ਲੱਦੇ ਹੁੰਦੇ। ਤੇ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਗਏ, ਭਾਈ ਮਰਦਾਨਾ ਜੀ ਨਾਲ ਨੇ, ਸੰਗਤ ਸੱਜੀ ਏ, ਤੇ ਉਹ ਵਿਦਵਾਨ ਵੀ ਆ ਗਿਆ। ਸੋਚਿਆ ਵੀ ਬੜੇ ਪਹੁੰਚੇ ਹੋਏ ਗੁਰੂ ਨਾਨਕ ਸਾਹਿਬ ਆਏ ਨੇ, ਮੈਂ ਇਹਨਾਂ ਨਾਲ ਵੀ ਜਾ ਕੇ ਬਹਿਸ ਕਰਦਾ ਹੈ। ਹਜੇ ਸੰਗਤ ਵਿੱਚ ਆਉਣ ਹੀ ਲੱਗਾ ਤੇ ਗੁਰੂ ਨਾਨਕ ਨੇ ਪਹਿਲਾਂ ਹੀ ਉਹਦੇ ਪੈਰ ਨਹੀਂ ਲੱਗਣ ਦਿੱਤੇ। ਮਹਾਰਾਜ ਨੇ ਆਉਂਦਿਆਂ ਹੀ ਬੋਲ ਕੇ ਕਹਿ ਦਿੱਤਾ, ਉਹ ਦੇਖੋ ਜੀ ਊਠਾਂ 'ਚੋਂ ਊਠ ਆ ਰਿਹਾ ਹੈ। ਸਾਰੇ ਦੇਖ ਕੇ ਹੈਰਾਨ ਵੀ ਇਲਾਕੇ ਦਾ ਐਡਾ ਵੱਡਾ ਵਿਦਵਾਨ ਤੇ ਗੁਰੂ ਨਾਨਕ ਸਾਹਿਬ ਨੂੰ ਊਠ ਕਹਿੰਦੇ ਪਏ ਨੇ, ਜਾਨਵਰ ਕਹਿੰਦੇ ਪਏ ਨੇ। ਤੇ ਵਿਦਵਾਨ ਬੰਦੇ ਨੂੰ ਕਹਿ ਕੇ ਦੇਖੋ ਤੂੰ ਊਠ ਆ, ਗੁੱਸਾ ਚੜੂ ਉਹਨੂੰ ਤਾਂ ਪੂਰਾ, ਬੜਾ ਗੁੱਸਾ ਚੜਿਆ। ਆ ਕੇ ਕਹਿਣ ਲੱਗਾ ਵੀ ਮੈਂ ਤਾਂ ਸੋਚਿਆ ਵੀ ਸੀ ਤੁਸੀਂ ਪਹੁੰਚੇ ਹੋਏ ਜੇ, ਗੁਰੂ ਨਾਨਕ ਸਾਹਿਬ ਪਹੁੰਚੇ ਹੋਏ ਇਨਸਾਨ ਜੇ, ਪਹੁੰਚੇ ਹੋਏ ਪੈਗੰਬਰ ਜੇ, ਤੇ ਤੁਸੀਂ ਐਡੇ ਪਹੁੰਚੇ ਹੋਏ ਹੋ ਕੇ ਮੈਨੂੰ ਐਡੇ ਵੱਡੇ ਵਿਦਵਾਨ ਨੂੰ ਊਠ ਕਹਿੰਦੇ ਪਏ ਜੇ। ਗੁਰੂ ਨਾਨਕ ਸਾਹਿਬ ਕਹਿੰਦੇ ਭਲਿਆ ਮੈਂ ਤੈਨੂੰ ਊਠ ਨਹੀਂ ਕਵਾਂਗਾ, ਪਰ ਤੂੰ ਸਾਬਤ ਕਰ ਵੀ ਤੂੰ ਊਠ ਨਹੀਂ। ਮੈਂ ਤੈਨੂੰ ਜਾਨਵਰ ਨਹੀਂ ਕਵਾਂਗਾ, ਸਾਬਤ ਕਰ ਦੇ ਮੈਂ ਜਾਨਵਰ ਨਹੀਂ। ਹੁਣ ਕਿਸੇ ਨੂੰ ਕਹਿ ਦਈਏ ਵੀ ਤੂੰ ਜਾਨਵਰ ਹੈ, ਤੇ ਉਹਨੂੰ ਅਗਲਾ ਕਹੇ, ਉਹ ਕਹੇ ਵੀ ਮੈਂ ਜਾਨਵਰ ਨਹੀਂ, ਤੇ ਅਗਲਾ ਕਹੇ ਵੀ ਸਾਬਤ ਕਰ ਤੂੰ ਜਾਨਵਰ ਨਹੀਂ। ਗੁਰੂ ਸਾਹਿਬ ਕਹਿੰਦੇ ਸਾਬਤ ਕਰ ਦੇ ਵੀ ਤੂੰ ਊਠ ਨਹੀਂ। ਮੈਂ ਸਾਰੀ ਸੰਗਤ ਕਹਿ ਦਿਆਂਗਾ, ਸੰਗਤ 'ਚ ਕਹਿ ਦਿਆਂਗਾ ਵੀ ਭਲੇ ਉਹ ਇਹ ਊਠ ਨਹੀਂ ਹੈਗਾ, ਮਨੁੱਖੀ ਜੇ, ਇਹ ਮਨੁੱਖੀ ਆ, ਬੰਦਾ ਹੀ ਹੈ, ਊਠ ਨਹੀਂ ਹੈਗਾ, ਪਰ ਸਾਬਤ ਕਰ ਦੇ। ਉਹ ਕਹਿੰਦਾ ਵੀ ਮੈਂ ਸਾਬਤ ਕਰ ਦਿੰਦਾ। ਮੈਂ ਇੰਨੇ ਗ੍ਰੰਥ ਪੜ੍ਹੇ। ਉਹਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਇੱਕ ਉਦਾਹਰਨ ਲੈ ਕੇ ਦੱਸੀ, ਆਹ ਦੇਖੋ ਮੈਂ ਆਹ ਵੀ ਪੜ੍ਹਿਆ, ਮੈਂ ਆਹ ਗ੍ਰੰਥ ਵੀ ਪੜ੍ਹਿਆ, ਮੈਂ ਫਲਾਣੀ ਕਿਤਾਬ ਵੀ ਪੜ੍ਹੀ ਆ, ਮੈਂ ਫਲਾਣੀ ਕਿਤਾਬ ਵੀ ਪੜ੍ਹੀ ਆ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਸਾਬਤ ਨਹੀਂ ਹੋਇਆ, ਮੈਨੂੰ ਤਾਂ ਅਜੇ ਵੀ ਊਠ ਹੀ ਜਾਪਦਾ ਹੈ, ਸਗੋਂ ਮੇਰਾ ਭਰੋਸਾ ਹੋਰ ਵੱਜ ਗਿਆ ਵੀ ਤੂੰ ਊਠ ਹੀ ਹੈ। ਉਹ ਕਹਿੰਦਾ ਉਹ ਕਿਵੇਂ? ਕਿਸੇ ਨੇ ਸੰਗਤ 'ਚੋਂ ਹੱਥ ਜੋੜ ਕੇ ਪੁੱਛ ਲਿਆ, ਮਹਾਰਾਜ ਫਿਰ ਦੱਸ ਦਿਓ ਊਠ ਕਿਵੇਂ ਆ ਇਹ? ਗੁਰੂ ਸਾਹਿਬ ਕਹਿੰਦੇ ਭਲਿਆ ਇਹ ਦੱਸ, ਇੰਨਾ ਕੁਝ ਪੜ੍ਹਿਆ ਤੂੰ, ਤੇ ਮੈਂ ਸੁਣਿਆ ਤੂੰ ਕਦੀ ਜ਼ਿੰਦਗੀ 'ਚ ਕਮਾਇਆ ਨਹੀਂ,
ਤੂੰ ਆ ਊਠਾਂ ਦੇ ਪਿੱਠ ਤੇ ਕਿਤਾਬਾਂ ਦੀਆਂ ਪੰਡਾਂ ਲੱਦੀਆਂ ਨੇ ਨਾ, ਕਿੰਨੇ ਸਾਲ ਹੋ ਗਏ ਕਿਤਾਬਾਂ ਦੀਆਂ ਪੰਡਾਂ ਲੱਦੀਆਂ ਨੂੰ? ਕਹਿੰਦਾ 4 ਸਾਲ ਹੋ ਗਏ, 4 ਵਰੇ ਹੋ ਗਏ। ਤੇ ਕਹਿੰਦੇ 4 ਸਾਲ ਹੋ ਗਏ ਉਹ ਕਿਤਾਬਾਂ ਉਹਨਾਂ ਊਠਾਂ ਦੀ ਪਿੱਠ ਤੇ ਲੱਦੀਆਂ ਹੋਈਆਂ ਨੇ, ਊਠਾਂ 'ਚ ਕੋਈ ਬਦਲਾਅ ਆਇਆ? ਉਹ ਊਠ ਤੋਂ ਕੁਝ ਹੋਰ ਬਣੇ? ਕਹਿੰਦੇ ਨਹੀਂ, ਉਹ ਤਾਂ ਊਠ ਦੇ ਊਠ ਹੀ ਰਹਿਣੇ, ਉਹਨਾਂ ਕਿਵੇਂ ਬਦਲਣਾ ਹੈ? ਤੇ ਕਹਿੰਦੇ ਮੈਂ ਇਹੀ ਗੱਲ ਦੱਸਣੀ ਸੀ, 4 ਵਰੇ ਹੋ ਗਏ ਉਹ ਕਿਤਾਬਾਂ ਦੀਆਂ ਪੰਡਾਂ ਊਠਾਂ ਦੀ ਪਿੱਠ ਤੇ ਲੱਦੀਆਂ ਨੇ, ਉਹਨਾਂ ਨੂੰ ਫਰਕ ਨਹੀਂ ਪਿਆ। 4 ਸਾਲ ਪਹਿਲਾਂ ਵੀ ਊਠ ਸੀ, ਅੱਜ ਵੀ ਊਠ ਨੇ। ਤੂੰ ਇੰਨਾ ਸਮਾਂ ਹੋ ਗਿਆ ਕਿਤਾਬਾਂ ਪੜ੍ਹਦੇ ਆ, ਜਿਵੇਂ ਦਾ 4 ਸਾਲ ਪਹਿਲਾਂ ਸੀ ਅੱਜ ਵੀ ਉਵੇਂ ਹੀ ਤੁਰਿਆ ਫਿਰਦਾ ਹੈ। ਕੀ ਫਰਕ ਪਿਆ ਤੇਰੇ ਵਿੱਚ? ਕੋਈ ਫਰਕ ਪਿਆ? ਉਦੋਂ ਵੀ ਗਾਲਾਂ ਕੱਢਦਾ ਸੀ, ਹੁਣ ਵੀ ਕੱਢਦਾ। ਫਰਕ ਅਸੀਂ ਅਹਿਸਾਸ ਕਰਕੇ ਜਾਣਾ ਜੀ। ਮੈਨੂੰ ਤਾਂ 10 ਸਾਲ ਹੋ ਗਏ ਜੀ ਨਿਤਨੇਮ ਕਰਦੇ ਆ, ਤੇ ਜੇ 10 ਸਾਲ ਪਹਿਲਾਂ ਗਾਲਾਂ ਕੱਢਦਾ ਸੀ, ਹੁਣ ਛੁੱਟ ਗਈ ਗਾਲ ਤੇਰੇ ਤੋਂ। ਤੇ ਜੇ ਨਹੀਂ ਛੁੱਟੀ, ਕੀ ਫਰਕ ਪਿਆ ਤੇਰੇ ਵਿੱਚ? ਜੇ 10 ਸਾਲ ਪਹਿਲਾਂ ਬੇਈਮਾਨੀ ਕਰਦਾ ਸੀ, 2 ਨੰਬਰ ਦੀ ਕਮਾਈ ਕਰਦਾ ਸੀ, ਹੁਣ ਛੁੱਟ ਗਈ ਤੇਰੇ ਤੋਂ। ਜੇ ਨਹੀਂ ਛੁੱਟੀ ਤੇ ਫਰਕ ਕੀ ਪਿਆ? ਫਰਕ ਦੱਸ ਪਿਆ ਕੀ? ਤੇ ਜੇ ਫਰਕ ਨਹੀਂ ਪਿਆ ਤੇ ਇਹ ਪੰਡਤ ਦੱਸ ਤੇਰੇ ਤੇ ਉਸ ਜਾਨਵਰ 'ਚ ਫਰਕ ਕੀ ਹੋਇਆ? ਮਹਾਰਾਜ ਕਹਿੰਦੇ ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੇ ਹਰ ਕੋ ਨਾਮਾ। ਅਸੀਂ ਧਾਰਮਿਕ ਗ੍ਰੰਥਾਂ ਨਾਲ ਇਸ ਕਰਕੇ ਜੁੜਨਾ ਹੈ, ਅਸੀਂ ਪ੍ਰਮਾਤਮਾ ਦੀ ਸ਼ਰਨੀ ਆ ਸਕੀਏ, ਉਹਦੇ ਨਾਮ ਨਾਲ ਜੁੜ ਸਕੀਏ। ਇਹ ਰਹਾਉ ਦੇ ਬਚਨ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਇਸ ਤੋਂ ਬਾਅਦ ਸਤਿਗੁਰੂ ਜੀ ਫਰਮਾਨ ਕਰਦੇ ਹਨ, ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖਿਆਨ ਕੀ ਸੇਵਾ। ਜਿਸ ਮਨੁੱਖ ਤੇ ਹੁਣ ਲੋਭ ਦਾ ਪ੍ਰਭਾਵ ਨਹੀਂ ਰਿਹਾ, ਜਿਹੜਾ ਮਨੁੱਖ ਮੋਹ ਦੇ ਵਿੱਚ ਨਹੀਂ ਫਸਿਆ, ਜਿਹੜਾ ਮਨੁੱਖ ਮਾਇਆ ਦੀ ਸੇਵਾ ਨਹੀਂ ਕਰਦਾ, ਫਿਰ ਉਸ ਮਨੁੱਖ ਬਾਰੇ ਕੀ ਮਹਾਰਾਜ ਕਹਿੰਦੇ ਨੇ? ਸਤਿਗੁਰੂ ਬਖਸ਼ਿਸ਼ ਕਰਦੇ ਹਨ, ਲੋਭ ਮੋਹ ਮਾਇਆ ਮਮਤਾ ਫੁਨ ਓ ਬਿਖਿਆਨ ਕੀ ਸੇਵਾ। ਹਾਂਜੀ, ਅਗਲੀ ਪੰਕਤੀ। ਹਰਖ ਸੋਗ ਪਰ ਸਹਿਜ ਹੈ ਨਾਹਿਨ ਸੋ ਮੂਰਤ ਹੈ ਦੇਵਾ। ਜਿਸ ਨੂੰ ਗਮੀ ਦੀ ਪਰਵਾਹ ਨਹੀਂ, ਜਿਸ ਨੂੰ ਖੁਸ਼ੀ ਦੀ ਪਰਵਾਹ ਨਹੀਂ, ਜਿਸ ਤੇ ਲੋਭ ਨਹੀਂ ਪਾਉਂਦਾ, ਜਿਸ ਤੇ ਮੋਹ ਨਹੀਂ ਪਾਉਂਦਾ, ਜਿਸ ਨੂੰ ਮਾਇਆ ਨਹੀਂ ਵਿਆਪ ਸਕਦੀ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਸੋ ਮੂਰਤ ਹੈ ਦੇਵਾ। ਉਹ ਮਨੁੱਖ ਰੱਬ ਦਾ ਹੀ ਰੂਪ ਜੇ, ਕਿਉਂਕਿ ਰੱਬ ਦੇ ਗੁਣ ਆ ਗਏ ਨਾ। ਰੱਬ ਨੂੰ ਪਰਵਾਹ ਹੈਗੀ ਖੁਸ਼ੀ ਗਮੀ ਦੀ? ਕੋਈ ਰੱਬ ਨੂੰ ਦਾਨ ਕਰ ਦੇਵੇ, ਰੱਬ ਨੂੰ ਤਾਂ ਵੀ ਨਹੀਂ ਫਰਕ। ਤੇ ਕੋਈ ਕਵੇ ਮੈਂ ਨਹੀਂ ਰੱਬ ਨੂੰ ਮੱਥਾ ਟੇਕਣਾ, ਰੱਬ ਨੂੰ ਤਾਂ ਵੀ ਨਹੀਂ ਫਰਕ ਪੈਂਦਾ। ਤੇ ਕਈ ਮਨੁੱਖ ਵੀ ਐਵੇਂ ਦੇ ਹੋ ਜਾਂਦੇ ਜੇ। ਹੁਣ ਕਬੀਰ ਸਾਹਿਬ ਨੂੰ ਫਰਕ ਪੈਂਦਾ ਕੋਈ ਉਹਨਾਂ ਅੱਗੇ ਝੁਕੇ ਨਾ ਝੁਕੇ? ਗੁਰੂ ਨਾਨਕ ਸਾਹਿਬ ਨੂੰ ਫਰਕ ਪੈਂਦਾ ਕੋਈ ਉਹਨਾਂ ਅੱਗੇ ਝੁਕੇ ਨਾ ਝੁਕੇ? ਗੁਰੂ ਨਾਨਕ ਸਾਹਿਬ ਨੂੰ ਫਰਕ ਪੈਂਦਾ ਵੀ ਸੁੱਖ ਆ ਗਿਆ ਕਿ ਦੁੱਖ ਆ ਗਿਆ? ਤੇ ਜਿਨ੍ਹਾਂ ਨੂੰ ਦੁੱਖ ਸੁੱਖ ਨਹੀਂ ਪਾਉਂਦਾ, ਲੋਭ ਨਹੀਂ ਪਾਉਂਦਾ, ਮੋਹ ਨਹੀਂ ਪਾਉਂਦਾ, ਮਾਇਆ ਨਹੀਂ ਵਿਆਪਦੀ, ਮਹਾਰਾਜ ਕਹਿੰਦੇ ਉਹ ਰੱਬ ਦਾ ਹੀ ਰੂਪ ਹੁੰਦੇ ਨੇ। ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ। ਉਹਨੂੰ ਸੋਨਾ ਤੇ ਤਾਂਬਾ ਇੱਕੋ ਜਿਹਾ ਜਾਪਦਾ ਹੈ, ਫਰਕ ਨਹੀਂ ਰਹਿੰਦਾ ਉਹਨੂੰ। ਭਾਵੇਂ ਉਹ ਧਨਵਾਨ ਹੋਵੇ ਉਹਨੂੰ ਤਾਂ ਵੀ ਨਹੀਂ ਫਰਕ, ਭਾਵੇਂ ਕੰਗਾਲ ਹੋ ਜਾਵੇ ਉਹਨੂੰ ਤਾਂ ਵੀ ਨਹੀਂ ਫਰਕ। ਇਹ ਹੁੰਦੀ ਹੈ ਉੱਚੀਆਂ ਰੂਹਾਂ ਦਾ ਜੀਵਨ। ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਆਹ ਗੁਣ ਧਾਰਨ ਕਰਨੇ ਅਸੀਂ ਧਾਰਮਿਕ ਗ੍ਰੰਥ ਪੜ੍ਹ ਕੇ। ਜੇ ਇੰਨਾ ਸਮਾਂ ਧਾਰਮਿਕ ਗ੍ਰੰਥ ਪੜ੍ਹਦਿਆਂ ਨੂੰ ਹੋ ਗਏ ਤੇ ਜੇ ਅਸੀਂ ਦੁੱਖ ਵਿੱਚ ਦੁਖੀ ਹੋਣਾ ਹੈ, ਸੁੱਖ ਵਿੱਚ ਨੱਚਦੇ ਟੱਪਦੇ ਫਿਰਨਾ ਹੈ, ਕੀ ਫਰਕ ਪਿਆ ਫਿਰ? ਅਸਲੀ ਮਨੁੱਖ ਦਾ ਜੀਵਨ ਉਦੋਂ ਹੀ ਉੱਚਾ ਹੋਇਆ ਹੈ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ ਕਵੇ ਰੱਬਾ ਤੇਰਾ ਸ਼ੁਕਰ ਹੈ, ਸ਼ੁਕਰ ਹੈ। ਆ ਇੱਕ ਗੱਲ ਪ੍ਰਚਲਿਤ ਆ ਨਾ ਜੀ, ਕਹਿੰਦੇ ਨੇ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਸਿਮਰਨ। ਪਰ ਇਹ ਗੱਲ ਪੂਰੀ ਫੱਬਦੀ ਨਹੀਂ, ਤੁਹਾਨੂੰ ਪਤਾ ਹੈ। ਅਸਲ ਗੱਲ ਪਤਾ ਕੀ ਫੱਬਦੀ ਆ? ਦੁੱਖ ਵੇਲੇ ਸ਼ੁਕਰਾਨਾ ਵੀ, ਦੁੱਖ ਵੇਲੇ ਅਰਦਾਸ ਵੀ, ਦੁੱਖ ਵੇਲੇ ਸਿਮਰਨ ਵੀ। ਸੁੱਖ ਵੇਲੇ ਸ਼ੁਕਰਾਨਾ ਵੀ, ਸੁੱਖ ਵੇਲੇ ਅਰਦਾਸ ਵੀ ਤੇ ਸੁੱਖ ਵੇਲੇ ਸਿਮਰਨ ਵੀ। ਹਰ ਵੇਲੇ ਸ਼ੁਕਰਾਨਾ, ਹਰ ਵੇਲੇ ਸਿਮਰਨ, ਹਰ ਵੇਲੇ ਹੀ ਅਰਦਾਸ। ਇਹ ਹੋਵੇ ਜੀਵਨ। ਐਸਾ ਜੀਵਨ ਅਸੀਂ ਬਣਾਉਣਾ ਹੈ। ਦੁੱਖ ਸੁੱਖ ਜਿਹਨੂੰ ਨਹੀਂ ਪਾਉਂਦਾ, ਮਹਾਰਾਜ ਐਸੀ ਸ਼ਖਸੀਅਤ ਦੀ ਗੱਲ ਕਰਦੇ ਹਨ। ਉਸਤਤ ਨਿੰਦਾ ਇਹ ਸਮਝਾ ਕੇ ਲੋਭ ਮੋਹ ਫੁਨ ਤੈਸਾ। ਤੇ ਉਸ ਮਨੁੱਖ ਨੂੰ ਨਾ ਉਸਤਤ ਦੀ ਪਰਵਾਹ। ਬਸ ਮੈਂ ਸਮਾਪਤੀ ਵਾਲੇ ਪਾਸੇ ਆਉਣ ਲੱਗਾ ਜੀ, ਆ ਸ਼ਬਦ ਸਮਾਪਤ ਹੋਣ ਵਾਲਾ ਹੈ।
ਮਹਾਰਾਜ ਕਹਿੰਦੇ ਨਾ ਉਹਨੂੰ ਉਸਤਤ ਦਾ ਮਤਲਬ ਕੀ ਹੋਇਆ? ਭਾਵੇਂ ਫਲਾਣਾ ਬੰਦਾ ਤਾਂ ਘੈਂਟ ਬੰਦਾ ਹੈ ਜੀ, ਤੇ ਮੇਰੇ ਕੰਨੀ ਆਹ ਗੱਲ ਸੁਣਨ ਲਈ ਨਾ ਜੀ ਪਤਾ ਨਹੀਂ ਬੰਦਾ ਕਿੰਨੇ ਉਦਮ ਕਰਦਾ ਹੈ, ਬਸ ਆਹ ਗੱਲ ਸੁਣਨ ਲਈ ਹਰਜੋਤ ਸਿੰਘ ਤਾਂ ਬੜਾ ਘੈਂਟ ਬੰਦਾ ਹੈ। ਉਸਤਤ ਦੀ ਪਰਵਾਹ, ਸਿਫਤ ਦੀ ਪਰਵਾਹ ਕਰਦੇ ਨੇ ਲੋਕ। ਤੇ ਜੇ ਕੋਈ ਉਹਨੂੰ ਸੁਫਤ ਸੁਣਨੀ ਪੈ ਜਾਵੇ ਤੇ ਐ ਸਿਰ ਖੜਾ ਹੋ ਜਾਂਦਾ ਹੈ, ਲੈ ਜੀ ਉਹਨੇ ਤਾਂ ਮੇਰੀ ਤਾਰੀਫ ਕਰਤੀ ਹੈ, ਬੰਦਾ ਹੀ ਮੈਂ ਤਾਂ ਬੜਾ ਘੈਂਟ, ਇੰਝ ਚੱਕ ਲੈਂਦਾ ਨਾ ਬੰਦਾ ਕਾਲਰ, ਫਿਰ ਮਤਲਬ ਉਹਨੂੰ ਉਸਤਤ ਦੀ ਪਰਵਾਹ ਹੈਗੀ ਆ ਨਾ। ਤੇ ਜੇ ਉਸੇ ਬੰਦੇ ਦੀ ਕੋਈ ਨਿੰਦਿਆ ਕਰਦੇ ਵੀ ਉਹ ਤਾਂ ਬੰਦਾ ਹੀ ਬੜਾ ਘਟੀਆ ਹੈ। ਤੇ ਮੈਨੂੰ ਸਾਰੀ ਰਾਤ ਚੈਨ ਨਹੀਂ ਆਉਣਾ, ਬੁਰਕੀ ਨਹੀਂ ਮੂੰਹ 'ਚ ਲੰਘਦੀ ਬੰਦੇ ਦੇ, ਮੇਰੇ ਬਾਰੇ ਬੋਲ ਕਿਵੇਂ ਦਿੱਤਾ ਆਵੇ ਸਹੀ ਮੇਰੇ ਸਾਹਮਣੇ, ਇੰਝ ਹੁੰਦਾ ਨਾ ਜੀ। ਮਹਾਰਾਜ ਕਹਿੰਦੇ ਉੱਚੀ ਰੂਹਾਂ ਦੇ ਲੱਛਣ ਭਲਾ ਕੀ ਹੁੰਦੇ ਨੇ? ਜਿਹਨੂੰ ਨਾ ਸਿਫਤ ਦੀ ਪਰਵਾਹ। ਜੇ ਕੋਈ ਸਿਫਤ ਕਰੇ ਨਾ ਉਹਨੇ ਤਾਂ ਵੀ ਹੱਥ ਜੋੜ ਕੇ ਕਹਿ ਦੇਣਾ ਰੱਬਾ ਤੇਰੀ ਵਡਿਆਈ, ਤੇਰੀ ਵਡਿਆਈ ਹੈ, ਤੇਰਾ ਹੀ ਭਾਣਾ ਹੈ। ਉਹਨੂੰ ਉਸਤਤ ਤੇ ਨਿੰਦਿਆ ਦੀ ਪਰਵਾਹ ਨਹੀਂ ਹੁੰਦੀ। ਦੁੱਖ ਸੁਖ ਏ ਬਾਦੇ ਜੇ ਨਾਹਿਨ ਤਹਿ ਤੁਮ ਜਾਨੋ ਗਿਆਨੀ। ਅਸਲ ਗਿਆਨੀ ਉਹ ਹੁੰਦਾ ਹੈ ਜਿਹਨੂੰ ਦੁੱਖ ਤੇ ਸੁੱਖ ਬੰਨ੍ਹ ਨਹੀਂ ਸਕਦੇ। ਆ ਦੁੱਖ ਤੇ ਸੁੱਖ ਸਾਨੂੰ ਬੰਨ੍ਹ ਲੈਂਦੇ ਨੇ ਜੀ। ਸੁੱਖ ਲੈਣ ਵਾਸਤੇ ਬੰਦਾ ਬੱਝਿਆ ਫਿਰਦਾ ਹੈ, ਕਿੰਨੀ ਭੱਜ ਦੌੜ ਕਰਦਾ ਹੈ, ਰੱਬ ਨੂੰ ਵੀ ਭੁੱਲ ਜਾਂਦਾ ਹੈ, ਤੇ ਦੁੱਖ ਤੋਂ ਬਚਣ ਲਈ ਬੰਦਾ ਬੱਝਿਆ ਫਿਰਦਾ ਹੈ। ਪਰ ਜਿਹੜਾ ਅਸਲ ਗਿਆਨੀ ਆ ਨਾ ਉਹ ਦੁੱਖ ਤੇ ਸੁੱਖ ਤੋਂ ਉੱਪਰ ਉੱਠ ਜਾਂਦਾ ਹੈ, ਉਹਨੂੰ ਦੁੱਖ ਤੇ ਸੁੱਖ ਦੀ ਪਰਵਾਹ ਨਹੀਂ ਹੁੰਦੀ। ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ। ਮੁਕਤ ਕੌਣ ਹੁੰਦਾ ਭਲੇ? ਮੁਕਤ ਉਹ ਹੁੰਦਾ ਜਿਹਦੇ 'ਚ ਆਹ ਸਾਰੇ ਗੁਣ ਆ ਗਏ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਇਹ ਬਿਦ ਕੋ ਜੋ ਪ੍ਰਾਨੀ, ਜਿਹਨੂੰ ਇਸ ਤਰ੍ਹਾਂ ਜੀਵਨ ਜਿਉਣਾ ਆ ਗਿਆ ਨਾ ਅਸਲੀ, ਉਹ ਜਿਉਂਦਿਆਂ ਹੀ ਮੁਕਤ ਹੈ। ਅਸੀਂ ਕਹਿੰਦੇ ਜੀ ਮਰ ਕੇ ਮੁਕਤ ਹੋਵੇਗਾ, ਮਹਾਰਾਜ ਕਹਿੰਦੇ ਨਹੀਂ, ਜੇ ਜਿਉਂਦਿਆਂ ਮੁਕਤ ਨਹੀਂ ਨਾ ਹੋਇਆ ਉਹ ਮਰ ਕੇ ਵੀ ਨਹੀਂ ਮੁਕਤ ਹੋ ਸਕਦਾ। ਆ ਕੋਈ ਚਲਾਣਾ ਕਰ ਜਾਵੇ ਅਸੀਂ ਕਹਿੰਦੇ ਜੀ ਪੂਰਾ ਹੋ ਗਿਆ, ਮਹਾਰਾਜ ਕਹਿੰਦੇ ਜਿਉਂਦੇ ਜੀ ਪੂਰਾ ਨਹੀਂ ਨਾ ਹੋਇਆ ਮਰ ਕੇ ਵੀ ਨਹੀਂ ਪੂਰਾ ਹੋਵੇਗਾ, ਅਧੂਰਾ ਹੀ ਤੁਰ ਗਿਆ, ਅਧੂਰਾ ਹੀ ਤੁਰ ਗਿਆ। ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ ਨਾ, ਤੇ ਜਿਉਂਦੇ ਜੀ ਮੁਕਤ ਕਿਹੜਾ ਹੁੰਦਾ ਹੈ? ਜਿਹਨੂੰ ਨਾ ਦੁੱਖ ਦੀ ਪਰਵਾਹ ਨਾ ਸੁੱਖ ਦੀ ਪਰਵਾਹ, ਜਿਹਨੂੰ ਨਾ ਉਸਤਤ ਦੀ ਪਰਵਾਹ ਨਾ ਨਿੰਦਿਆ ਦੀ ਪਰਵਾਹ, ਜਿਹਨੂੰ ਨਾ ਖੁਸ਼ੀ ਦੀ ਪਰਵਾਹ ਨਾ ਗਮੀ ਦੀ ਪਰਵਾਹ, ਜਿਹਨੂੰ ਨਾ ਮਿੱਤਰ ਦੀ ਪਰਵਾਹ ਨਾ ਦੁਸ਼ਮਣ ਦੀ ਪਰਵਾਹ, ਉਹ ਅਸਲ ਮੁਕਤਾ। ਇਹ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ। ਇਹ 7ਵੇਂ ਸ਼ਬਦ ਦੀ ਵਿਚਾਰ ਹੋਈ ਹੈ। ਅਸੀਂ ਅੱਜ ਇਹ ਗੱਲ ਪੱਲੇ ਬੰਨ੍ਹ ਕੇ ਜਾਣੀ ਆ ਕਿ ਸਤਿਗੁਰੂ ਤੇਰੀ ਸ਼ਰਨ ਆਇਆ ਹੀ ਸਾਨੂੰ ਟਿਕਾ ਮਿਲਣਾ ਹੈ, ਤੇਰੀ ਸ਼ਰਨ ਆਇਆ ਹੀ ਤਾਂ ਸਾਨੂੰ ਸੁੱਖ ਮਿਲਣਾ ਹੈ। ਇਸ ਕਰਕੇ ਜਾਚੰਤ ਨਾਨਕ ਕਿਰਪਾਲ ਪ੍ਰਸਾਦੰ ਨਹਿ ਬਿਸਰੰਤ ਨਾਰਾਇਣ ਹੈ। ਇਹ ਤੂੰ ਕਿਰਪਾ ਕਰੀ ਪਰਮਾਤਮਾ, ਤੂੰ ਕਦੀ ਵੀ ਸਾਨੂੰ ਨਾ ਭੁੱਲੀ, ਕਿਉਂਕਿ ਜੇ ਤੂੰ ਨਾ ਭੁੱਲਿਆ ਤਾਂ ਫਿਰ ਅਸੀਂ ਦੁੱਖਾਂ ਦੇ ਵਿੱਚ ਵੀ ਆਨੰਦ 'ਚ ਰਵਾਂਗੇ, ਤੇ ਜੇ ਤੂੰ ਭੁੱਲ ਗਿਆ ਫਿਰ ਗਦੇਲਿਆਂ 'ਤੇ ਵੀ ਅਸੀਂ ਤੜਫਦੇ ਰਵਾਂਗੇ। ਇਹ ਬਚਨ ਦੀ ਵਿਚਾਰ ਕਰਦੇ ਹਾਂ ਜੀ। ਬੇਅੰਤ ਭੁੱਲਾਂ ਹੋਈਆਂ ਆਪ ਜੀ ਬਖਸ਼ ਲੈਣਾ, ਸਤਿਗੁਰੂ ਸਮੱਤ ਬਖਸ਼ਣ। ਇਸੇ ਤਰ੍ਹਾਂ ਕੱਲ੍ਹ ਨੂੰ ਵੀ ਦੀਵਾਨ ਸੱਜਣੇ ਨੇ ਜੀ। ਇਸ ਤੋਂ ਅਗਲੇ ਸ਼ਬਦ ਦੀ ਵਿਚਾਰ ਆਪਾਂ ਕਰਨੀ ਆ, ਤੇ ਯਤਨ ਕਰਾਂਗਾ ਹੋਰ ਸੌਖੇ ਢੰਗ ਨਾਲ ਕਰੀਏ, ਤੇ ਅਸੀਂ ਹੋਰ ਵੱਧ ਚੜ੍ਹ ਕੇ ਆਉਣਾ। ਆਪ ਵੀ ਆਇਓ, ਹੋਰਾਂ ਨੂੰ ਵੀ ਲੈ ਕੇ ਆਇਓ, ਸਤਿਗੁਰੂ ਬਖਸ਼ਿਸ਼ ਕਰਨ। ਤੇ ਪ੍ਰਬੰਧਕ ਵੀਰਾਂ ਨੇ ਵੀ ਖਾਸ ਤੌਰ 'ਤੇ ਦਾਸ ਨੂੰ ਇਹ ਬੇਨਤੀ ਕਰਨ ਲਈ ਇਹ ਹੁਕਮ ਕੀਤਾ ਸੀ। ਆ ਤੁਸੀਂ ਬੱਚਿਆਂ ਤੋਂ ਕੀਰਤਨ ਸਰਵਣ ਕੀਤਾ ਹੈ। ਇਹ ਬੱਚੇ ਕੋਈ ਸਪੈਸ਼ਲ ਅਕੈਡਮੀਆਂ 'ਚ ਜਾ ਕੇ ਟ੍ਰੇਨ ਨਹੀਂ ਹੋਏ ਜੀ, ਇਹ ਸਾਡੇ ਪਿੰਡ ਦੇ ਹੀ ਬੱਚੇ ਨੇ। ਤੇ ਸਤਿਗੁਰੂ ਦੀ ਕਿਰਪਾ ਦੇ ਸਦਕਾ ਅੱਜ ਤੋਂ 3-3.5 ਸਾਲ ਪਹਿਲਾਂ ਅਸੀਂ ਕੀਰਤਨ ਅਕੈਡਮੀ ਸ਼ੁਰੂ ਕੀਤੀ ਸੀ ਜੀ ਪਿੰਡ ਦੇ ਵਿੱਚ। ਇਹ ਬੱਚੇ ਪੜ੍ਹਾਈ ਵੀ ਕਰਦੇ ਨੇ, ਸਕੂਲਾਂ 'ਚ ਵੀ ਜਾਂਦੇ ਨੇ, ਹੋਮਵਰਕ ਵੀ ਕਰਦੇ ਨੇ, ਘਰ ਦੇ ਕੰਮ ਵੀ ਕਰਦੇ ਨੇ। ਪਰ ਉਸ ਸਮੇਂ 'ਚੋਂ ਸਮਾਂ ਕੱਢ ਕੇ ਹਫ਼ਤੇ 'ਚ 2 ਕਲਾਸਾਂ ਲੱਗਦੀਆਂ, 2 ਘੰਟੇ ਦੀਆਂ ਪ੍ਰਤੀ ਦਿਨ, 2 ਹਫ਼ਤੇ 'ਚ ਜਿਵੇਂ ਇੱਕ ਲੱਗ ਗਈ ਬੁੱਧਵਾਰ, ਇੱਕ ਲੱਗ ਗਈ ਐਤਵਾਰ। ਤੇ ਇਹ ਬੱਚੇ ਲਗਾਤਾਰ 3 ਸਾਲਾਂ ਤੋਂ ਕੀਰਤਨ ਸਿੱਖ ਰਹੇ ਨੇ, ਮਿਹਨਤ ਕਰਦੇ ਨੇ, ਔਰ ਅੱਜ ਤੁਹਾਡੇ ਸਾਹਮਣੇ ਇਹਨਾਂ ਨੇ ਕੀਰਤਨ ਕੀਤਾ ਹੈ। ਤੇ ਤੁਸੀਂ ਵੀ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਜੋੜੋ। ਤੇ ਪ੍ਰਬੰਧਕ ਵੀਰਾਂ ਨੇ ਬੇਨਤੀ ਕੀਤੀ ਹੈ ਕਿ ਇਹ ਉਪਰਾਲਾ ਇਸ ਨਗਰ ਦੇ ਵਿੱਚ ਵੀ ਉਹ ਸ਼ੁਰੂ ਕਰਨਾ ਚਾਹੁੰਦੇ ਨੇ। ਜਿਹੜੇ ਬੱਚੇ ਕੀਰਤਨ ਸਿੱਖਣਾ ਚਾਹੁੰਦੇ ਨੇ ਉਹ ਪ੍ਰਬੰਧਕ ਵੀਰਾਂ ਨੂੰ ਆ ਕੇ ਆਪਣਾ ਨਾਮ ਲਿਖਾ ਸਕਦੇ ਨੇ, ਤੇ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਓ। ਸਤਿਗੁਰਾਂ ਦੀ ਬੜੀ ਰਹਿਮਤ ਹੋਵੇਗੀ ਜੀ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤੋਖ ਦਿਓ ਜੀ। ਰਾਮ ਕਲੀ ਮਹੱਲਾ ਤੀਜਾ।